ਧੰਨ ਗੁਰੂ ਰਾਮਦਾਸ ਜੀ। 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 ਸਾਰੀ ਸੰਗਤ ਪਿਆਰ ਨਾਲ ਰੱਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਸ ਅਸਥਾਨ ਤੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆਪਾਂ ਮਨਾ ਰਹੇ ਹਾਂ, ਉੱਥੇ ਮੇਰੇ ਬੜੇ ਪਿਆਰੇ ਸਤਿਕਾਰਯੋਗ ਮਹਾਂਪੁਰਸ਼ ਭਾਈ ਸਾਹਿਬ ਜੀ ਗੁਰੂ ਇਕਬਾਲ ਸਿੰਘ ਜੀ, ਉਹਨਾਂ ਦੀ ਦੇਹ ਅਰੋਗਤਾ ਦੇ ਵਾਸਤੇ ਜੋ ਸੰਪਟ ਪਾਠ ਰੱਖੇ ਗਏ ਸੀ, ਉਹ ਪਾਠਾਂ ਦੀ ਵੀ ਸਮਾਪਤੀ ਹੋਈ ਹੈ। ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਅਰਦਾਸ ਪਿਤਾ ਜੀ ਦੇ ਚਰਨਾਂ ਦੇ ਵਿੱਚ ਕੀਤੀ ਕਿ ਜਲਦ ਤੋਂ ਜਲਦ ਮਹਾਂਪੁਰਖਾਂ ਨੂੰ ਸਤਿਗੁਰੂ ਦੇ ਅਰੋਗਤਾ ਬਖਸ਼ ਕੇ ਹਜ਼ਾਰਾਂ ਲੱਖਾਂ ਗੁਣਾ ਵਧਾ ਕੇ ਪਿਤਾ ਜੀ ਆਪਣੀਆਂ ਸੇਵਾਵਾਂ ਆਪ ਲੈਣ। ਤੇ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਿਮਰਨ ਬੇਨਤੀ ਕਰਦਾ, ਮਨਾਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰਿਓ ਜੀ। ਭਾਵਨਾ ਇਹ ਬਣਾਓ, ਭਾਵੇਂ ਬੇਸ਼ੱਕ ਤੁਸੀਂ ਆਪੋ ਆਪਣੇ ਘਰਾਂ 'ਚ ਬੈਠੇ ਹੋ ਬਹੁਤ ਗਿਣਤੀ ਦੇ ਵਿੱਚ, ਪਰ ਭਾਵਨਾ ਇਹੋ ਹੀ ਬਣਾਓ ਕਿ ਅਸੀਂ ਸਾਰੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦੀ ਵਿੱਚ ਬੈਠੇ ਹੋਏ ਹਾਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਮੈਂ ਗੱਲ ਸ਼ੁਰੂ ਕਰਾਂ। ਇੱਕ ਨਾਈਜੀਰੀਆ ਦੇ ਅਰਬਾਂ ਪਤੀ ਬੰਦੇ ਦੇ ਕੋਲੋਂ ਗੱਲ ਸੁਣਿਓ। ਇੱਕ ਨਾਈਜੀਰੀਆ ਦੇ ਅਰਬਾਂ ਪਤੀ ਬੰਦੇ ਦੇ ਕੋਲੋਂ ਇੰਟਰਵਿਊ ਦੇ ਦੌਰਾਨ ਪੱਤਰਕਾਰਾਂ ਨੇ ਪੁੱਛਿਆ, ਉਹ ਪੱਤਰਕਾਰ ਕਹਿੰਦੇ ਨੇ ਬਈ ਤੂੰ ਸਾਨੂੰ ਦੱਸ ਕਿ ਕਿਸ ਚੀਜ਼ ਨੇ ਤੈਨੂੰ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ਹਾਲੀ ਦਿੱਤੀ ਹੈ? ਕਿਹੜੀ ਚੀਜ਼ ਨੇ ਤੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਦਿੱਤੀ, ਖੁਸ਼ਹਾਲ ਬਣਾਇਆ? ਜਰਾ ਸੋਚ ਕੇ ਦੱਸ ਇਸ ਚੀਜ਼ ਬਾਰੇ। ਗੱਲ ਸੁਣਿਓ। ਤੇ ਉਸ ਵੇਲੇ ਨਾ ਉਹ ਜਿਹੜਾ ਅਰਬਾਂ ਪਤੀ ਬੰਦਾ ਹੈ ਨਾਈਜੀਰੀਆ ਦਾ, ਉਹ ਕਹਿੰਦਾ ਹੈ ਮੈਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ 4 ਪੜਾਵਾਂ ਚੋਂ ਲੰਘਿਆ ਵਾਂ। ਮੈਂ ਆਪਣੇ ਜੀਵਨ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਖੁਸ਼ੀ ਦੇ 4 ਪੜਾਵਾਂ ਦੇ ਵਿੱਚ ਲੰਘਿਆ। ਤੇ ਸੱਚੀ ਖੁਸ਼ੀ ਦਾ ਮਤਲਬ ਮੈਨੂੰ ਜਿਹੜੀ ਚੌਥੀ ਤਰ੍ਹਾਂ ਦੀ ਖੁਸ਼ੀ ਹੈ ਨਾ, ਸੱਚੀ ਖੁਸ਼ੀ ਅਸਲੀਅਤ ਦੇ ਵਿੱਚ ਉਸ ਕੰਮ ਨੂੰ ਕਰਨ ਤੋਂ ਬਾਅਦ, ਚੌਥੇ ਪੜਾਅ ਦੇ ਵਿੱਚ ਪਹੁੰਚਣ ਤੋਂ ਬਾਅਦ ਮੈਨੂੰ ਮਿਲੀ। ਪੱਤਰਕਾਰ ਬੜੇ ਹੈਰਾਨ ਹੋਏ, ਖੁਸ਼ੀ ਦੇ 4 ਪੜਾਅ ਕਿਹੜੇ-ਕਿਹੜੇ ਤੁਹਾਡੀ ਲਾਈਫ ਦੇ ਵਿੱਚ? ਤੇ ਕਹਿੰਦਾ ਮੇਰੀ ਲਾਈਫ ਦਾ ਪਹਿਲਾ ਪੜਾਅ ਵੱਧ ਤੋਂ ਵੱਧ ਦੌਲਤ ਇਕੱਠੀ ਕਰਾਂ, ਵੱਧ ਤੋਂ ਵੱਧ ਮੈਂ ਸਾਧਨ ਇਹੋ ਜਿਹੇ ਬਣਾਵਾਂ ਆਪਣੇ ਘਰ ਦੇ ਵਿੱਚ ਆਪਣੇ ਲਈ ਜਿਹੜੇ ਮੈਨੂੰ ਖੁਸ਼ੀ ਦੇ ਸਕਣ। ਮੇਰੇ ਮਾਈਂਡ ਵਿੱਚ ਇਹ ਗੱਲ ਚੱਲਦੀ ਸੀ ਕਿ ਜਿੰਨੀ ਮੇਰੇ ਕੋਲ ਦੌਲਤ ਹੋਏਗੀ, ਜਿੰਨੇ ਮੇਰੇ ਕੋਲ ਸਾਧਨ ਹੋਣਗੇ, ਉਨਾ ਹੀ ਮੈਂ ਖੁਸ਼ਹਾਲ ਹੋਵਾਂਗਾ। ਕਹਿੰਦਾ ਇਹ ਗੱਲ ਨੂੰ ਮੁੱਖ ਰੱਖ ਕੇ ਮੈਂ ਬਹੁਤ ਸਾਰੀ ਦੌਲਤ ਕਮਾਈ, ਬਹੁਤ ਸਾਰੇ ਸਾਧਨ ਇਕੱਠੇ ਕੀਤੇ, ਪਰ ਅੰਦਰਲੀ ਖੁਸ਼ੀ ਮੈਨੂੰ ਫਿਰ ਨਾ ਮਿਲੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ। ਕਈ ਵਾਰੀ ਬੰਦਾ ਕਹਿੰਦਾ ਕਿ ਮੇਰੇ ਕੋਲ ਦੌਲਤ ਆਏਗੀ ਤੇ ਮੈਂ ਖੁਸ਼ ਹੋਵਾਂਗਾ, ਪਰ ਸੱਚਾਈ ਹੈ ਪਿਆਰਿਓ, ਸੱਚਾਈ ਦੌਲਤ ਦੇ ਨਾਲ ਅਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਖਰੀਦ ਸਕਦੇ ਹਾਂ, ਸਾਧਨ ਖਰੀਦ ਸਕਦੇ ਹਾਂ, ਪਰ ਅੰਦਰੂਨੀ ਖੁਸ਼ੀ ਉਹ ਦੌਲਤ ਦੇ ਨਾਲ ਨਹੀਂ ਮਿਲਦੀ। ਅੰਦਰਲਾ ਜਿਹੜਾ ਸਕੂਨ ਹੈ, ਅੰਦਰਲੀ ਜਿਹੜੀ ਸ਼ਾਂਤੀ ਹੈ, ਉਹ ਦੌਲਤ ਦੇ ਨਾਲ ਨਹੀਂ ਮਿਲਦੀ।
ਜਿੰਨਾ ਮਰਜ਼ੀ ਧਨ ਬੰਦਾ ਇਕੱਠਾ ਕਰ ਲਵੇ, ਇਹਦਾ ਮਤਲਬ ਇਹ ਨਹੀਂ ਕਿ ਧਨ ਇਕੱਠਾ ਕਰਨਾ ਨਹੀਂ, ਧਨ ਹੋਣਾ ਨਹੀਂ ਚਾਹੀਦਾ। ਗ੍ਰਸਤੀ ਬੰਦੇ ਦੇ ਲਈ ਤੇ 1 ਮਿੰਟ ਵੀ ਧਨ ਤੋਂ ਬਿਨਾਂ ਗੁਜ਼ਾਰਨਾ ਔਖਾ ਹੁੰਦਾ ਹੈ। 1 ਮਿੰਟ ਵੀ। ਜੇ ਕਿਤੇ ਮੰਨ ਲਓ ਵਿਆਹ ਸ਼ਾਦੀ ਤੇ ਵੀ ਜਾਣਾ, ਕਿਸੇ ਨੂੰ ਸਗਨ ਪਾਉਣਾ ਹੈ ਜਾਂ ਕੋਈ ਹੋਰ ਜਗ੍ਹਾ ਤੇ ਜਾਣਾ ਹੈ, ਕੋਈ ਬਾਜ਼ਾਰੋਂ ਰਾਸ਼ਨ ਹੀ ਲਿਆਉਣਾ ਹੈ, ਸਭ ਕੁਝ ਆਏਗਾ ਤੇ ਮਾਇਆ ਨਾਲ ਹੀ ਨਾ। ਬੱਚਿਆਂ ਨੂੰ ਸਕੂਲ ਪੜਾਉਣਾ ਹੈ, ਫੀਸਾਂ ਦੇਣੀਆਂ ਨੇ, ਹੋਏਗਾ ਤੇ ਸਭ ਕੁਝ ਮਾਇਆ ਨਾਲ। ਗਲਤ ਮਤਲਬ ਨਾ ਸਮਝਣਾ। ਇਹ ਨਹੀਂ ਕਿ ਦੌਲਤ ਬੰਦੇ ਕੋਲ ਹੋਵੇ ਨਾ, ਦੌਲਤ ਹੋਵੇ ਪਰ ਅਸਲੀਅਤ ਵਿੱਚ ਸੱਚਾਈ, ਅਸਲੀਅਤ ਵਿੱਚ ਸੱਚੀ ਖੁਸ਼ੀ ਕਿੱਥੇ, ਉਹ ਸੁਣਿਓ। ਉਹ ਕਹਿੰਦਾ ਪਹਿਲਾ ਪੜਾਅ ਮੇਰੀ ਲਾਈਫ ਦਾ ਕਿ ਮੈਂ ਦੌਲਤ ਨੂੰ ਤੇ ਹੋਰ ਸਾਧਨਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਬਹੁਤ ਸਾਰੀ ਦੌਲਤ ਵੀ ਕਮਾਈ, ਸਾਧਨ ਵੀ ਕਮਾਏ, ਪਰ ਅੰਦਰੂਨੀ ਖੁਸ਼ੀ ਮੈਨੂੰ ਨਹੀਂ ਮਿਲੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਕਹਿੰਦਾ ਮੇਰੀ ਖੁਸ਼ੀ ਦਾ ਦੂਜਾ ਪੜਾਅ ਪਤਾ ਕੀ ਸੀ? ਮੇਰੀ ਖੁਸ਼ੀ ਦਾ ਦੂਜਾ ਪੜਾਅ ਆਪਣੀ ਲਾਈਫ ਦੇ ਵਿੱਚ ਕੀਮਤੀ ਚੀਜ਼ਾਂ ਨੂੰ, ਕੀਮਤੀ ਵਸਤੂਆਂ ਨੂੰ ਇਕੱਠਾ ਕਰਨਾ। ਮੈਂ ਸੋਚਿਆ ਹੋ ਸਕਦਾ ਇਹਦੇ ਨਾਲ ਮੈਨੂੰ ਖੁਸ਼ੀ ਮਿਲ ਜੇ। ਕੀਮਤੀ ਤੋਂ ਕੀਮਤੀ ਗੱਡੀਆਂ ਲਈਆਂ, ਕਰੋੜਾਂ ਕਰੋੜਾਂ ਦੀਆਂ ਗੱਡੀਆਂ ਵੀ ਲਈਆਂ, ਕਿੰਨੇ ਕਿੰਨੇ ਇਹੋ ਜਿਹੇ ਸਮਾਨ ਮੈਂ ਖਰੀਦੇ, ਕਿੰਨੀਆਂ ਕਿੰਨੀਆਂ ਇਹੋ ਜਿਹੀਆਂ ਵਸਤੂਆਂ ਖਰੀਦੀਆਂ ਜਿਹੜੀਆਂ ਵਸਤੂਆਂ ਆਮ ਬੰਦੇ ਦੀ ਸੋਚ ਤੋਂ ਵੀ ਪਰੇ। ਕਹਿੰਦਾ ਇਹ ਮੇਰੀ ਜ਼ਿੰਦਗੀ ਦਾ ਦੂਜਾ ਪੜਾਅ, ਖੁਸ਼ੀ ਦਾ ਦੂਜਾ ਪੜਾਅ, ਕੀਮਤੀ ਚੀਜ਼ਾਂ ਤੇ ਕੀਮਤੀ ਵਸਤੂਆਂ ਨੂੰ ਇਕੱਠਾ ਕਰਨਾ। ਪਰ ਕਹਿੰਦਾ ਮੈਂ ਇਸ ਨਤੀਜੇ ਤੇ ਫਿਰ ਪਹੁੰਚਿਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਦੀ ਚਮਕ, ਇਹ ਚੀਜ਼ਾਂ ਪੱਕੇ ਤੌਰ ਤੇ ਨਹੀਂ ਨੇ। ਇੱਕ ਦਿਨ ਇਹ ਚੀਜ਼ਾਂ ਨੇ ਬਿਨਸ ਹੀ ਜਾਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹਨਾਂ ਦੀ ਜਿਹੜੀ ਚਮਕ ਹੈ ਨਾ, ਉਹ ਸਥਾਈ ਰੂਪ 'ਚ ਨਹੀਂ ਹੈ, ਅਸਥਾਈ ਰੂਪ 'ਚ ਹੈ, ਪੱਕੀ ਨਹੀਂ ਹੈ। ਇਹ ਜਿਹੜੀ ਚਮਕ ਹੈ ਇਹ ਪੱਕੀ ਨਹੀਂ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਪੱਕੇ ਤੌਰ ਤੇ ਮੇਰੇ ਕੋਲ ਟਿਕੀਆਂ ਨਹੀਂ ਰਹਿਣੀਆਂ। ਅੰਦਰੂਨੀ ਖੁਸ਼ੀ ਕਹਿੰਦਾ ਮੈਨੂੰ ਕੀਮਤੀ ਚੀਜ਼ਾਂ ਤੋਂ ਵੀ ਨਾ ਮਿਲੀ, ਕੀਮਤੀ ਵਸਤੂਆਂ ਤੋਂ ਵੀ ਨਾ ਮਿਲੀ। ਤੇ ਕਹਿੰਦਾ ਫਿਰ ਮੇਰੀ ਖੁਸ਼ੀ ਦਾ ਤੀਜਾ ਪੜਾਅ ਪਤਾ ਕਿਹੜਾ ਆਇਆ ਮੇਰੀ ਲਾਈਫ ਦੇ ਵਿੱਚ? ਉਹ ਖੁਸ਼ੀ ਦਾ ਤੀਜਾ ਪੜਾਅ ਆਇਆ ਕਿ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਨੇ ਉਹ ਮੈਂ ਪ੍ਰਾਪਤ ਕਰਾਂ। ਕਹਿੰਦਾ ਕਿਤੇ ਮੈਂ ਪੈਟਰੋਲ ਪੰਪ ਖਰੀਦਣੇ ਸ਼ੁਰੂ ਕਰ ਦਿੱਤੇ, ਕਿਤੇ ਮੈਂ ਵੱਡੇ ਵੱਡੇ ਬਿਲਡਿੰਗਾਂ ਦੇ ਪ੍ਰੋਜੈਕਟ ਲੈਣੇ ਸ਼ੁਰੂ ਕਰ ਦਿੱਤੇ ਕਿ ਹੋ ਸਕਦਾ ਹੈ ਇਹਨਾਂ ਵਿੱਚੋਂ ਮੈਨੂੰ ਅੰਦਰੂਨੀ ਖੁਸ਼ੀ ਮਿਲੇ। ਕਹਿੰਦਾ ਵੱਡੇ ਵੱਡੇ ਪ੍ਰੋਜੈਕਟ ਪ੍ਰਾਪਤ ਕਰਨ ਤੋਂ ਬਾਅਦ ਵੀ ਮੇਰੇ ਅੰਦਰ ਸ਼ਾਂਤੀ ਨਹੀਂ, ਮੇਰੇ ਅੰਦਰ ਖੁਸ਼ੀ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਹਿੰਦਾ ਮਾਇਆ ਤੋਂ ਬਾਅਦ ਵੀ ਖੁਸ਼ੀ ਨਹੀਂ ਮੈਨੂੰ ਮਿਲੀ, ਸਾਧਨਾ ਤੋਂ ਬਾਅਦ ਵੀ ਖੁਸ਼ੀ ਨਹੀਂ ਮਿਲੀ, ਵੱਡੇ ਵੱਡੇ ਸਾਧਨ ਵੀ ਮੇਰੇ ਕੋਲ ਆ ਕੇ ਖੁਸ਼ੀ ਨਹੀਂ ਮਿਲੀ। ਕਹਿੰਦਾ ਕੀਮਤੀ ਤੋਂ ਕੀਮਤੀ ਵਸਤੂਆਂ ਮੈਂ ਖਰੀਦ ਲਈਆਂ ਤਾਂ ਵੀ ਅੰਦਰਲਾ ਸਕੂਨ, ਅੰਦਰਲੀ ਸ਼ਾਂਤੀ, ਅੰਦਰਲੀ ਖੁਸ਼ੀ ਨਹੀਂ ਮੇਰੇ ਕੋਲ ਆਈ। ਵੱਡੇ ਵੱਡੇ ਪ੍ਰੋਜੈਕਟ ਲੈਣ ਤੋਂ ਬਾਅਦ, ਵੱਡੇ ਵੱਡੇ ਪ੍ਰੋਜੈਕਟ ਪ੍ਰਾਪਤ ਕਰਨ ਤੋਂ ਬਾਅਦ ਵੀ ਅੰਦਰੂਨੀ ਖੁਸ਼ੀ ਮੈਨੂੰ ਨਹੀਂ ਮਿਲੀ। ਕਹਿੰਦਾ ਇੱਕ ਦਿਨ ਮੈਂ, ਇਹ ਚੌਥਾ ਪੜਾਅ ਹੁਣ ਦੱਸਣ ਲੱਗਾ। ਕਹਿੰਦਾ ਇੱਕ ਦਿਨ ਮੈਂ ਬੈਠਾ ਤੇ ਮੇਰਾ ਦੋਸਤ ਆਇਆ ਮੇਰੇ ਕੋਲ। ਕਹਿੰਦਾ ਮੇਰਾ ਦੋਸਤ ਆਇਆ ਤੇ ਮੈਨੂੰ ਆ ਕੇ ਕਹਿੰਦਾ ਫਲਾਣੀ ਜਗ੍ਹਾ ਦੇ ਉੱਤੇ ਨਾ ਕੁਝ ਅਪਾਹਜ ਬੱਚੇ ਨੇ ਤੇ ਉਹ ਅਪਾਹਜ ਬੱਚਿਆਂ ਦੇ ਲਈ ਨਾ ਮੈਨੂੰ 200 ਵੀਲ ਚੇਅਰ ਦਾ ਪ੍ਰਬੰਧ ਤੂੰ ਕਰਾ ਕੇ ਦੇ। ਆਖੋ ਵਾਹਿਗੁਰੂ, ਵਾਹਿਗੁਰੂ। ਕਹਿੰਦਾ ਮੈਂ ਧਨ ਦੀ ਕੋਈ ਕਮੀ ਨਹੀਂ, 200 ਵੀਲ ਚੇਅਰ ਦੀ ਮਾਇਆ ਦਿੱਤੀ, 200 ਵੀਲ ਚੇਅਰਾਂ ਆ ਗਈਆਂ। ਕਹਿੰਦਾ ਜਦੋਂ 200 ਵੀਲ ਚੇਅਰਾਂ ਆਈਆਂ ਨਾ ਤੇ ਉਸ ਵੇਲੇ ਮੇਰਾ ਦੋਸਤ ਨਜ਼ਦੀਕੀ, ਬੜਾ ਹੀ ਨਜ਼ਦੀਕੀ ਦੋਸਤ, ਕਹਿੰਦਾ ਮੈਂ ਬਹੁਤ ਬਿਜ਼ੀ ਰਹਿੰਦਾ ਸਾਂ, ਪਰ ਉਹਨੇ ਜਿੱਦ ਕੀਤੀ ਕਿ 200 ਵੀਲ ਚੇਅਰਾਂ ਜਿਹੜੀਆਂ ਨੇ ਨਾ ਅਪਾਹਜ ਘਰ ਦੇ ਵਿੱਚ ਉੱਥੇ ਜਾ ਕੇ ਬੱਚਿਆਂ ਨੂੰ ਤੂੰ ਆਪ ਦੇ।
ਕਹਿੰਦਾ ਹੁਣ ਦੋਸਤੀ ਦੇ ਕਰਕੇ ਮੈਂ ਬੱਚਿਆਂ ਨੂੰ ਵੀਲ ਚੇਅਰਾਂ ਦੇਣ ਵਾਸਤੇ ਜਦੋਂ ਗਿਆ ਨਾ, ਕਹਿੰਦੇ ਜਦੋਂ ਬੱਚੇ ਵੀਲ ਚੇਅਰ ਦੇ ਉੱਤੇ ਬੈਠੇ ਨੇ, ਕਦੀ ਖੱਬੇ ਜਾਂਦੇ ਨੇ ਵੀਲ ਚੇਅਰ ਦੁਆਰਾ, ਕਦੀ ਸੱਜੇ ਜਾਂਦੇ, ਕਦੀ ਅੱਗੇ ਕਦੀ ਪਿੱਛੇ, ਜਿਹੜੇ ਤੁਰ ਨਹੀਂ ਸਕਦੇ, ਤੁਰਨ ਵਿੱਚ ਅਸਮਰਥ ਨੇ, ਵੀਲ ਚੇਅਰ ਦੇ ਉੱਤੇ ਕਦੀ ਇੱਧਰ ਕਦੀ ਉੱਧਰ ਜਾ ਰਹੇ। ਕਹਿੰਦੇ ਜੋ ਉਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਸੀ ਨਾ, ਜੋ ਅਜੀਬ ਜੀ ਚਮਕ ਸੀ, ਕਹਿੰਦੇ ਉਹ ਅਜੀਬ ਜੀ ਚਮਕ ਨੇ ਮੈਨੂੰ ਇੱਕਦਮ ਅੰਦਰ ਸ਼ਾਂਤੀ ਦਿੱਤੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਕੁਝ ਸਮਾਂ ਮੈਂ ਬੱਚਿਆਂ ਨੂੰ ਵੇਖਦਾ ਰਿਹਾ, ਖੇਡਦੇ ਆ, ਕਦੀ ਇੱਧਰ ਜਾਂਦੇ ਆ, ਕਦੀ ਉੱਧਰ ਜਾਂਦੇ ਆ। ਜਦੋਂ ਬੱਚਿਆਂ ਨੂੰ ਵੇਖਦਾ ਰਿਹਾ ਨਾ, ਕਹਿੰਦੇ ਜਦੋਂ ਮੇਰੇ ਜਾਣ ਦਾ ਸਮਾਂ ਹੋਇਆ, ਮੈਂ ਨਿਕਲਣ ਲੱਗਾ, ਤੇ ਕਹਿੰਦੇ ਇੱਕ ਬੱਚੇ ਨੇ ਨਾ ਮੇਰੀਆਂ ਲੱਤਾਂ ਫੜ ਲਈਆਂ। ਕਹਿੰਦੇ ਜਦੋਂ ਲੱਤਾਂ ਫੜੀਆਂ, ਮੈਂ ਹੌਲੀ ਜੀ ਆਪਣੀਆਂ ਲੱਤਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚਾ ਨਾ ਮੇਰੇ ਚਿਹਰੇ ਵੱਲ ਹੀ ਵੇਖੀ ਜਾਂਦਾ, ਮੇਰੇ ਚਿਹਰੇ ਵੱਲ ਹੀ ਵੇਖੀ ਜਾਂਦਾ। ਤੇ ਕਹਿੰਦਾ ਉਹਨੇ ਲੱਤਾਂ ਮੇਰੀਆਂ ਨਾ ਘੁੱਟ ਕੇ ਫੜੀਆਂ ਹੋਈਆਂ, ਤੇ ਮੈਂ ਬੱਚੇ ਨੂੰ ਪਿਆਰ 'ਚ ਪੁੱਛਿਆ, ਬੇਟਾ ਤੈਨੂੰ ਕੋਈ ਚੀਜ਼ ਚਾਹੀਦੀ ਹੈ, ਹੋਰ ਤੈਨੂੰ ਕੁਝ ਹੋਰ ਚਾਹੀਦਾ ਮੇਰੇ ਕੋਲੋਂ? ਤੇ ਉਸ ਵੇਲੇ ਬੱਚੇ ਨੇ ਜਿਹੜਾ ਕਹਿੰਦਾ ਜਵਾਬ ਦਿੱਤਾ ਨਾ, ਕਹਿੰਦੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ, ਮੈਨੂੰ ਏਦਾਂ ਸ਼ਾਂਤੀ ਅੰਦਰੋਂ ਮਿਲੀ ਜਿਵੇਂ ਆਹੀ ਅਸਲੀ ਖੁਸ਼ੀ ਏ। ਕਹਿੰਦੇ ਉਸ ਵੇਲੇ ਬੱਚੇ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦਾ ਮੈਂ ਤੁਹਾਡਾ ਚਿਹਰਾ ਨਾ ਯਾਦ ਕਰਨਾ ਚਾਹੁੰਦਾ ਵਾਂ, ਤੁਹਾਡਾ ਚਿਹਰਾ ਮੈਂ ਯਾਦ ਕਰਨਾ ਚਾਹੁੰਦਾ, ਤਾਂ ਤੁਹਾਡੇ ਵੱਲ ਵਾਰ-ਵਾਰ ਵੇਖ ਰਿਹਾ। ਮੈਂ ਸੁਣਿਆ ਸੀ ਦੁਨੀਆ ਦੇ ਉੱਤੇ ਰੱਬ ਹੁੰਦਾ ਹੈ, ਪਰ ਮੈਂ ਰੱਬ ਵੇਖਿਆ ਨਹੀਂ, ਮੈਨੂੰ ਤੇ ਲੱਗਦਾ ਰੱਬ ਤੁਸੀਂ ਆਪ ਹੀ ਹੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਤੁਹਾਡਾ ਚਿਹਰਾ ਵਾਰ-ਵਾਰ ਤਾਂ ਕਰਕੇ ਵੇਖ ਰਿਹਾ ਕਿ ਇਹ ਚਿਹਰਾ ਮੈਨੂੰ ਭੁੱਲੇ ਨਾ, ਤੇ ਜਦੋਂ ਵੀ ਤੁਸੀਂ ਮੈਨੂੰ ਦੁਬਾਰਾ ਮਿਲੋ ਤੇ ਮੈਂ ਤੁਹਾਡਾ ਦੁਬਾਰਾ ਫਿਰ ਧੰਨਵਾਦ ਕਰ ਸਕਾਂ। ਕਹਿੰਦਾ ਜਦੋਂ ਬੱਚੇ ਨੇ ਇੰਨੀ ਗੱਲ ਕਹੀ ਨਾ, ਉਸ ਵੇਲੇ ਮੇਰੀਆਂ ਅੱਖਾਂ ਵਿੱਚ ਅਥਰੂ ਆ ਗਏ ਕਿ ਮੈਂ ਬੱਚਿਆ ਰੱਬ ਨਹੀਂ, ਇਹ ਤੇ ਮੇਰੇ ਦੋਸਤ ਨੇ ਮੇਰੇ ਉੱਤੇ ਪਰ ਉਪਕਾਰ ਕੀਤਾ, ਮੈਨੂੰ ਪ੍ਰੇਰਨਾ ਦੇ ਕੇ ਇੱਥੇ ਵੀਲ ਚੇਅਰਾਂ ਦੇਣ ਵਾਸਤੇ, ਤੁਹਾਡੀ ਸੇਵਾ ਵਾਸਤੇ ਇੱਥੇ ਮੈਨੂੰ ਬੁਲਾ ਲਿਆ। ਤੇ ਉਸ ਵੇਲੇ ਇਹ ਬੱਚੇ ਦੀ ਗੱਲ ਸੁਣ ਕੇ ਇਹਦੀਆਂ ਅੱਖਾਂ ਭਰੀਆਂ ਨੇ, ਮਨ ਵੀ ਭਰਿਆ। ਤੇ ਉਸ ਸਮੇਂ ਨਾ ਆਪਣੇ ਮਨ ਦੇ ਅੰਦਰ ਸੋਚਦਾ ਹੈ, ਇਹ ਨਾਈਜੀਰੀਆ ਦਾ ਅਰਬਾਂਪਤੀ ਬੰਦਾ, ਕਹਿੰਦਾ ਮੈਂ ਸੱਚੀ ਖੁਸ਼ੀ ਲੱਭਦਾ ਸਾਂ, ਤੇ ਮੈਂ ਸੁਣਦਾ ਹੁੰਨਾ ਸਾਂ ਮਰਨ ਤੋਂ ਬਾਅਦ ਕੋਈ ਸਵਰਗ ਹੁੰਦਾ ਹੈ, ਪਰ ਕਹਿੰਦਾ ਮਰਨ ਤੋਂ ਬਾਅਦ ਸਵਰਗ ਕਿੰਨੇ ਦੇਖਿਆ ਕਿੰਨੇ ਨਹੀਂ ਦੇਖਿਆ। ਕਹਿੰਦਾ ਆ ਜਿਹੜੀ ਬੱਚਿਆਂ ਦੀ ਸੇਵਾ ਕਰਕੇ ਮੈਨੂੰ ਅੱਜ ਖੁਸ਼ੀ ਮਿਲੀ ਹੈ ਨਾ, ਮੈਨੂੰ ਇਉਂ ਲੱਗਦਾ ਇਹਦੇ ਤੋਂ ਵੱਡਾ ਸਵਰਗ ਦੂਜਾ ਹੈ ਹੀ ਕੋਈ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਇਸ ਤੋਂ ਵੱਡਾ ਸਵਰਗ ਦੂਜਾ ਹੈ ਹੀ ਕੋਈ ਨਹੀਂ। ਕਹਿੰਦਾ ਇਹ ਚੌਥੇ ਪੜਾਅ ਦੇ ਉੱਤੇ ਆ ਕੇ ਜਿਹੜੀ ਮੈਨੂੰ ਖੁਸ਼ੀ ਮਿਲੀ ਨਾ, ਅਸਲੀਅਤ ਦੇ ਵਿੱਚ ਅੰਦਰੂਨੀ ਖੁਸ਼ੀ ਹੀ ਆ। ਦੂਜਿਆਂ ਦੇ ਰੋਂਦਿਆਂ ਹੋਇਆਂ ਦੇ ਚਿਹਰਿਆਂ ਦੇ ਉੱਤੇ ਤੂੰ ਮੁਸਕਰਾਹਟ ਲੈ ਆ, ਅਸਲੀ ਖੁਸ਼ੀ ਤੈਨੂੰ ਫਿਰ ਮਿਲੇਗੀ ਪਰਮੇਸ਼ਰ ਵੱਲੋਂ। ਕਿਸੇ ਲੋੜਵੰਦ ਦੀ ਬਾਹ ਫੜ ਲੈ, ਜਦੋਂ ਉਹਦੀ ਬਾਹ ਫੜੇਗਾ ਨਾ, ਅਸਲੀਅਤ ਵਿੱਚ ਗੁਰੂ ਰਾਮਦਾਸ ਦੀ ਖੁਸ਼ੀ ਤੇਰੀ ਝੋਲੀ ਵਿੱਚ ਪੈ ਜਾਏਗੀ। ਜਦੋਂ ਤੂੰ ਕਿਸੇ ਗਰੀਬ ਵਿਧਵਾ ਬੀਬੀ ਦੇ ਘਰ ਦੇ ਵਿੱਚ ਰਾਸ਼ਨ ਦਾ ਸਾਧਨ ਬਣ ਜਾਏਗਾ ਨਾ, ਗੁਰੂ ਰਾਮਦਾਸ ਤੇਰੇ ਘਰ ਦੇ ਵਿੱਚ ਇੰਨੀਆਂ ਖੁਸ਼ੀਆਂ ਭੇਜ ਦੇਣਗੇ ਕਿ ਉਹ ਖੁਸ਼ੀਆਂ ਤੈਨੂੰ ਵੰਡਣ ਵਾਲਾ ਬਣਾ ਦੇਣਗੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਦੀਪ ਇਹ ਮੇਰੀ ਸਨੇਮਰ ਬੇਨਤੀ ਹੈ ਸੰਗਤ ਜੀ, ਸਨੇਮਰ ਬੇਨਤੀ, ਅੰਦਰੂਨੀ ਖੁਸ਼ੀ ਦੂਜਿਆਂ ਦੀ ਸੇਵਾ ਵਿੱਚ। ਆ ਜਿਹੜੇ ਤੁਸੀਂ ਪਿਤਾ ਜੀ ਦੀ ਕਿਰਪਾ ਦਾ ਸਦਕਾ ਜੋ ਇੱਥੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਪਿਤਾ ਜੀ ਕਰਵਾ ਰਹੇ ਨੇ, ਮਿਹਰਾਂ ਕਰ ਰਹੇ ਨੇ, ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਹੁੰਦੀ ਹੈ। ਤੇ ਜਦੋਂ ਉਹ ਵਿਧਵਾ ਬੀਬੀਆਂ ਦੇ ਘਰਾਂ ਦੇ ਵਿੱਚ ਰੋਟੀ ਪਾਣੀ ਪੱਕਦਾ ਹੈ, ਪ੍ਰਸ਼ਾਦਾ ਪੱਕਦਾ ਹੈ, ਉਹ ਅਸੀਸਾਂ, ਉਹ ਖੁਸ਼ੀਆਂ ਦੇ ਪਾਤਰ ਤੁਸੀਂ ਬਣਦੇ ਹੋ।
ਜਿਹੜਾ ਇੱਥੇ ਸਕੂਲ ਚੱਲ ਰਿਹਾ ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਜਦੋਂ ਉਹ ਫ੍ਰੀ ਸਿੱਖਿਆ ਲੈਂਦੇ ਆ ਨਾ ਪਲੇ ਪੈਨ ਤੋਂ 10ਵੀਂ ਤੱਕ, ਜਿਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ CBSE ਸਕੂਲ 'ਚ ਪੜ੍ਹਾ ਸਕਾਂਗੇ, ਸੋਚਿਆ ਵੀ ਨਹੀਂ ਹੁੰਦਾ, ਜਦੋਂ ਉਹਨਾਂ ਦੇ ਬੱਚੇ ਫ੍ਰੀ ਸਿੱਖਿਆ ਲੈਂਦੇ ਨੇ, ਉਹ ਫਿਰ ਜਿਹੜੀ ਖੁਸ਼ੀ ਏ ਉਹਨਾਂ ਦੀ ਝੋਲੀ 'ਚ ਪੈਂਦੀ, ਜਿਹੜੇ ਹਰ ਮਹੀਨੇ ਤੁਸੀਂ ਦਸਵੰਧ ਭੇਜਦੇ ਹੋ। ਅਸਲੀਅਤ ਵਿੱਚ ਖੁਸ਼ੀ ਆਹੀ ਹੈ। ਜਦੋਂ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦੇ ਵਿੱਚੋਂ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕ ਕੇ ਜਾਂਦੇ ਨੇ, ਜਦੋਂ ਭੁੱਖਿਆਂ ਦਾ ਪੇਟ ਭਰਦਾ ਹੋਏਗਾ, ਉਹ ਜਿਨ੍ਹਾਂ ਨੇ ਕਿਣਕਾ ਕਿਣਕਾ ਮਾਇਆ ਦਾ ਦਿੱਤਾ, ਦੱਸੋ ਉਹਨਾਂ ਦੇ ਲਈ ਅਸੀਸ ਨਹੀਂ ਨਿਕਲਦੀ ਹੋਏਗੀ ਉਹਨਾਂ ਦੇ ਅੰਦਰੋਂ ਕਿ ਦਾਤਿਆ ਜਿਨ੍ਹਾਂ ਨੇ ਸਾਡਾ ਪੇਟ ਭਰਿਆ, ਇਹਨਾਂ ਦੇ ਖਜ਼ਾਨੇ ਕਦੀ ਵੀ ਖਾਲੀ ਨਾ ਹੋਣ ਦੇਵੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ ਪਿਆਰਿਓ, ਜੋ ਬਾਪੂ ਜੀ ਦੀ ਕਿਰਪਾ ਦਾ ਸਦਕਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ 'ਚ 20 ਰੁਪਿਆਂ ਦੀ ਪਰਚੀ 'ਚ ਉਹ ਡਾਕਟਰ ਵੇਖਦੇ ਜਿਹੜੀ ਆਪਣੀ ਕਲੀਨਿਕ ਦੇ ਉੱਤੇ ਕਿੰਨੀਆਂ ਫੀਸਾਂ ਲੈਂਦੇ ਨੇ, ਤੇ ਜਦੋਂ ਇੱਥੇ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ, ਨਾਲ ਲੈਬੋਰਟਰੀ ਦੇ ਟੈਸਟ ਸਾਰੇ ਲਾਗਤ ਮੁੱਲ ਨਾਲ ਹੁੰਦੇ ਨੇ, ਡਿਜੀਟਲ ਐਕਸ-ਰੇ 113 ਰੁਪਏ 'ਚ ਹੁੰਦਾ, ਜਿਹੜੇ ਲੋੜਵੰਦ ਨੇ ਉਹਨਾਂ ਲਈ ਬਿਲਕੁਲ ਫ੍ਰੀ ਹੈ ਹਸਪਤਾਲ। ਜਦੋਂ ਲੋੜਵੰਦ ਮਰੀਜ਼ ਦਵਾਈਆਂ ਲੈ ਕੇ ਜਾਂਦੇ, ਉਹਨਾਂ ਦੇ ਘਰਾਂ 'ਚ ਬਰਕਤਾਂ ਨਹੀਂ ਪੈਣਗੀਆਂ, ਜਿਹੜੇ ਫਿਰ ਦਵਾਈਆਂ ਦੇ ਲਈ ਦਸਵੰਧ ਭੇਜਦੇ ਆ। ਅਸਲੀਅਤ ਵਿੱਚ ਖੁਸ਼ੀ ਆਹੀ ਹੈ। ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ ਹੈ, ਜਦੋਂ ਉਹ ਬੱਚੇ ਅਧਿਆਤਮਕ ਸਿੱਖਿਆ ਲੈਂਦੇ ਨੇ, ਤੇ ਜਦੋਂ ਪਿਆਰਿਓ ਉਹ ਅਧਿਆਤਮਕ ਪੜ੍ਹਾਈ ਕਰਦੇ, ਤੇ ਅਸੀਸਾਂ ਦੇ ਪਾਤਰ ਤੁਸੀਂ ਬਣਦੇ ਹੋ, ਤੁਸੀਂ ਜਿਹੜੇ ਸੇਵਾਵਾਂ ਭੇਜਦੇ ਹੋ। ਇਹ ਮੇਰੀ ਬੇਨਤੀ ਹੈ, ਪੱਕੇ ਡੋਨਰ ਬਣੋ। ਹਰ ਮਹੀਨੇ ਮੰਥਲੀ ਇੰਨੀ ਸੇਵਾ ਅਸੀਂ ਕੱਢਣੀ ਹੈ, ਜੋ ਤੁਹਾਡੀ ਵਿੱਤ ਹੈ, 50 ਰੁਪਏ, 100 ਰੁਪਏ, 500, 1000, 10000, 20000, ਜਿੰਨੀ ਤੁਹਾਡੀ ਵਿੱਤ ਹੈ ਮਹੀਨੇ ਦੀ, ਇਹ ਪੱਕੇ ਤੁਸੀਂ ਮੈਂਬਰ ਬਣੋ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੀ ਬਾਹ ਫੜ ਲਓ, ਗੁਰੂ ਰਾਮਦਾਸ ਤੁਹਾਡੀ ਬਾਹ ਫੜ ਕੇ ਰੱਖਣਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਸੀਂ ਅਰਦਾਸਾਂ ਕਰਦੇ ਆ ਨਾ, ਪ੍ਰਭ ਕੀਜੈ ਕਿਰਪਾ ਨਿਧਾਨ, हम हर गुण गावेंगे, खाऊं तुमरी करो नित आस, प्रभ मोहे कब गल लावेंगे। सच्चाई है, ਜਦੋਂ ਤੁਸੀਂ ਇਤਨਾ ਲੋੜਵੰਦਾਂ ਦੀ ਬਾਹ ਫੜੋਗੇ ਨਾ, ਗੁਰੂ ਰਾਮਦਾਸ ਤੁਹਾਨੂੰ ਗੱਲ ਨਾਲ ਲਾ ਕੇ ਰੱਖਣਗੇ, ਬਾਬਾ ਦੀਪ ਸਿੰਘ ਤੁਹਾਨੂੰ ਗੱਲ ਨਾਲ ਲਾ ਕੇ ਰੱਖਣਗੇ। ਇਹ ਮੇਰੀ ਸਨੇਮਰ ਬੇਨਤੀ, ਪੱਕੇ ਡੋਨਰ ਬਣੋ। ਮਹੀਨੇ ਦਾ ਇੰਨਾ ਦਸਵੰਧ ਕੱਢਣਾ ਹੀ ਕੱਢਣਾ ਹੈ। ਪਿਤਾ ਜੀ ਦੀ ਮਿਹਰ ਦਾ ਸਦਕਾ, ਜੋ ਤੁਸੀਂ ਇਸ ਵੇਲੇ ਸਾਡੇ ਚੈਨਲ ਤੇ ਲਾਈਵ ਸਮਾਗਮ ਵੇਖ ਰਹੇ ਹੋ, ਚੈਨਲ ਦੇ ਥੱਲੇ ਇੱਕ ਜੁਆਇਨ ਦੀ ਆਪਸ਼ਨ ਆ ਰਹੀ ਹੈ, ਉਹਨੂੰ ਜਦੋਂ ਕਲਿੱਕ ਕਰੋਗੇ ਨਾ, ਉਹਦੇ ਉੱਤੇ ਲਿਖਿਆ ਹੈ ਮੰਥਲੀ ਤੁਸੀਂ ਕਿੰਨੀ ਸੇਵਾ, ਕਿਤੇ ਆਪਸ਼ਨ ਆ ਰਹੀ ਹੈ 50 ਰੁਪਏ ਦੀ, ਕਿਤੇ ਆ ਰਹੀ ਹੈ ਆਪਣਾ 500 ਰੁਪਏ ਦੀ, ਕਿਤੇ 2000 ਦੀ। ਉਹ ਤੁਸੀਂ ਆਪਣਾ ਕਾਰਡ ਨੰਬਰ ਪੱਕਾ ਭਰ ਦਿਓ, ਤੇ ਉਹ ਆਟੋਮੈਟਿਕ ਹਰ ਮਹੀਨੇ ਤੁਹਾਡਾ ਜਿਹੜਾ ਦਸਵੰਧ ਹੈ ਤੁਹਾਡੇ ਬੈਂਕ ਚੋਂ ਫਿਰ ਟਰਸਟ ਦੇ ਅਕਾਊਂਟ 'ਚ ਪਹੁੰਚ ਜਾਇਆ ਕਰੇਗਾ। ਇਹ ਮੇਰੀ ਬੇਨਤੀ ਹੈ ਸਭ ਨੂੰ, ਇਹ ਆਪ ਜੀ ਪੱਕੇ ਮੈਂਬਰ ਬਣੋ, ਪੱਕਾ ਇਹ ਮਹੀਨੇ ਦਾ ਦਸਵੰਧ ਕੱਢਣ ਵਾਲੇ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣ। ਹੋਰ ਵੀ ਕਾਫੀ ਉਪਰਾਲੇ ਨੇ ਜੋ ਪਿਤਾ ਜੀ ਨੇ ਕਰਵਾਏ ਔਰ ਕਰਵਾਉਣੇ ਨੇ। ਸਤਿਗੁਰੂ ਸੇਵਾਵਾਂ ਲੈਣ ਮੇਰੇ ਕੋਲੋਂ, ਉਹ ਮੈਂ ਡਿਟੇਲ ਵੀ ਬੋਲਾਂਗਾ ਤੇ ਬੇਨਤੀਆਂ ਵੀ ਤੁਹਾਨੂੰ ਕਰਾਂਗਾ। ਪਰ ਆਓ, ਉਸ ਤੋਂ ਪਹਿਲੇ ਇੱਕ ਵਾਰੀ ਫਤਿਹ ਬੁਲਾਉਣੀ ਹੈ, ਨਾਲ ਸ਼ਬਦ ਆਪਾਂ ਨਾਲ ਮਿਲ ਕੇ ਪੜ੍ਹਨਾ ਹੈ। ਇੱਕ ਵਾਰੀ ਜੋ ਸਾਡਾ ਮਨੋਰਥ ਹੈ, ਜੋ ਸਾਡਾ ਨਾਰਾ ਹੈ, ਜੋ ਸਾਡਾ ਮੰਤਵ ਹੈ ਰੋਜ਼ਾਨਾ ਸਮਾਗਮ ਕਰਨ ਦਾ, ਉਹ ਦੁਹਰਾਓ। ਬੋਲੋ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹਨਾਂ ਦਾ ਆਗਮਨ ਪੁਰਬ ਦਾ ਦਿਨ ਬਤੀਤ ਹੋਇਆ, ਤੇ ਆਓ ਪਿਤਾ ਜੀ ਦੇ ਅੱਗੇ ਇੱਕ ਤਰਲਾ ਪਾਈਏ, ਇੱਕ ਜੋਦੜੀ ਕਰੀਏ। ਗਰੀਬ ਨਵਾਜ ਸਾਡੇ ਸਾਰਿਆਂ ਤੇ ਇੱਕ ਕਿਰਪਾ ਕਰੋ,
ਕਿਹੜੀ? ਸਾਰੀ ਸੰਗਤ ਬੋਲਿਓ ਪਿਆਰ ਵਿੱਚ ਜੀ। इस बेड़े को पार लगावे, जिस बेड़े को पार लगावे, इस बेड़े को पार लगावे, पार लगावे, पार लगावे, इस बेड़े को पार लगावे, इस बेड़े को पार लगावे। धन धन श्री गुरु गोबिंद सिंह जी, धन धन श्री गुरु गोबिंद सिंह जी, धन धन श्री गुरु गोबिंद सिंह जी, धन धन श्री गुरु गोबिंद सिंह मंगो जी। सारे जी जी इस बेड़े को पार लगावे, इस बेड़े को पार लगावे। राम जपो जी ऐसे ऐसे, राम जपो जी ऐसे ऐसे, ध्रुव प्रहलाद जपयो हर जैसे, ध्रुव प्रहलाद जपयो हर जैसे, ध्रुव प्रहलाद जपयो हर जैसे, जी इस बेड़े को पार लगावे, पौतरला इस बेड़े को पार लगावे।
दीन दयाल भरोसे तेरे सब परवार चढ़ाया बेड़े। दीन दयाल भरोसे तेरे सब परवार चढ़ाया बेड़े। जा तिस पावे तां हुक्म मनावे, इस बेड़े को पार लगावे। इस बेड़े को पार लगावे जी, इस बेड़े को पार लगावे। करो जोदड़ियां। इस बेड़े को पार लगावे। बजवड़िया जी, इस बेड़े को पार लगावे। इस बेड़े को पार लगावे। गुरु रामदास सारे आखो धन बाबा। गुर प्रसाद ऐसी बुद्ध समानी, चूक गई फिर आवन जानी। गुर प्रसाद ऐसी बुद्ध समानी, चूक गई फिर आवन जानी। कहो कबीर भज सारंग पानी, और पार पार सब एको दानी। और पार पार सब एको दानी। इस बेड़े को पार लगावे। इस बेड़े को पार लगावे। जी, इस बेड़े को पार लगावे। 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 बाजा वालिया, कलगियां वालिया,
इस बेड़े को पार लगावे, हमरी करो हाथ दे रक्षा, हमरी करो हाथ दे रक्षा, पूर्ण होए चित्त की इच्छा। तव चरणन मन रखे हमारा, अपना जान करो व्रत पारा, इस बेड़े को पार लगावे। बोलो, इस बेड़े को पार लगावे जी, इस बेड़े को पार लगावे। लोभ लहर अतनी चर बाजे, काया डूबे केसवा, संसार समुद्रे तार गोविंदे, संसार समुद्रे तार गोविंदे, तार ले बाप बीठला, इस बेड़े को पार लगावे। मंगो, इस बेड़े को पार लगावे। गुर तार तारण खारिया, गुर तार तारण खारिया, तन तन श्री गुरु गोबिंद सिंह जी, गुर तार तारण खारिया, गुर तार तारण खारिया, दे भगत पूरन अविनाशी, हूँ तुझको बलिहारिया, इस बेड़े को पार लगावे। राख पिता प्रभु मेरे, मोह निर्गुण सब गुण तेरे, मोह निर्गुण सब गुण तेरे। राख पिता इस बेड़े को पार लगावे, इस बेड़े को पार लगावे, पार लगावे। चेता समुद्र सागर नीर भरिया, ते औगण खमारे, दया करो किछ मेरे उपावो, डूबदे पत्थर तारे जी, इस बेड़े को पार लगावे। इस बेड़े को जी, इस बेड़े को पार लगावे। इस बेड़े को पार लगावे। वाहिगुरु 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 वाहिगुरु
ਵਾਹਿਗੁਰੂ ਸਾਰੇ ਵਾਹਿਗੁਰੂ 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 ਜੀ ਇਸ ਬੇੜੇ ਕੋ ਪਾਰ ਲਗਾਵੇ ਇਸ ਬੇੜੇ ਕੋ ਪਾਰ ਲਗਾਵੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਪਿਆਰਿਓ, ਕਲਗੀਧਰ ਪਿਤਾ ਜੀ ਦਾ ਆਗਮਨ ਪੁਰਬ ਅਸੀਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ, ਜ਼ਰੂਰ। ਤੇ ਪਿਤਾ ਜੀ ਨੂੰ ਕਹੋ, ਪਿਤਾ ਜੀ ਤੁਸੀਂ ਆਪ ਰੱਬ ਹੋ, ਆਪ ਤੁਸੀਂ ਮਾਲਕ ਹੋ, ਸ੍ਰਿਸ਼ਟੀ ਕਰਤਾ ਹੋ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਤੇ ਅੱਜ ਜਿੰਨੀਆਂ ਸੰਗਤਾਂ ਇੱਥੇ ਜਾਂ ਆਪੋ ਆਪਣੇ ਘਰਾਂ 'ਚ ਪਿਆਰ 'ਚ ਬਹਿ ਕੇ ਤੁਹਾਡਾ ਗੁਰਪੁਰਬ ਮਨਾ ਰਹੀਆਂ ਨੇ, ਸਾਡੇ ਸਾਰਿਆਂ ਦੀ ਝੋਲੀ ਵਿੱਚ ਇੱਕ ਖੈਰ ਪਾ ਦਿਓ। ਕਿਹੜੀ ਖੈਰ? ਇਸ ਬੇੜੇ ਕੋ ਪਾਰ ਲੰਘਾਵੇ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਜਿਹੜਾ ਮੇਰਾ ਬੇੜਾ ਹੈ ਨਾ, ਸਰੀਰ ਰੂਪੀ ਬੇੜਾ, ਇਹਨੂੰ ਪਾਰ ਕਰ ਦਿਓ। ਇਹ ਜਿਹੜਾ ਮੇਰਾ ਮਨ ਹੈ, ਮਨ ਰੂਪੀ ਬੇੜਾ ਹੈ, ਇਹ ਜਿਹੜੀ ਮੇਰੀ ਆਤਮਾ ਹੈ, ਇਸ ਬੇੜੇ ਨੂੰ ਪਾਰ ਲੰਘਾ ਦਿਓ। ਪਾਰ ਲੰਘਾਉਣਾ ਕੀ? ਕਿ ਗਰੀਬ ਨਵਾਜ ਪਾਤਸ਼ਾਹ ਮੇਰੀ ਅੰਦਰੋਂ ਪ੍ਰੀਤੀ ਤੇਰੇ ਚਰਨਾਂ ਨਾਲ ਪੈ ਜਾਵੇ। ਇਹ ਤਨ ਵੀ, ਇਹ ਮਨ ਵੀ, ਇਹ ਆਤਮਾ ਵੀ, ਤਨ ਕਰਕੇ, ਮਨ ਕਰਕੇ, ਆਤਮਿਕ ਤੌਰ ਤੇ ਧਨ ਕਰਕੇ ਵੀ ਹਰ ਪੱਖ ਤੋਂ ਮੈਂ ਤੇਰਾ ਬਣ ਜਾਵਾਂ। ਹਰ ਪੱਖ ਤੋਂ ਇਹ ਮੇਰੇ ਤੇ ਕਿਰਪਾ ਕਰ, ਮੇਰੇ ਤੇ ਮਿਹਰ ਕਰ, ਕਿਉਂਕਿ ਤੂੰ ਕਰ ਸਕਦਾ ਹੈ, ਤੂੰ ਸਮਰੱਥ ਹੈ, ਸਮਰੱਥ। ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰਾ ਸਭ ਕੁਛ ਜਿਸ ਹੈ। ਦੇਹ ਸੋ ਪਾਵੇ। ਸਭ ਕੁਝ ਹੈ ਤੇਰੇ ਘਰ ਵਿੱਚ। ਤੇ ਕਿਰਪਾ ਦਾ ਖਾਤਾ ਖੋਲ ਕੇ ਜਿੰਨੇ ਵੀ ਇਸ ਵੇਲੇ ਅਸੀਂ ਤੇਰੀ ਗੋਦੀ ਵਿੱਚ ਬੈਠੇ ਆ, ਸਾਡੇ ਸਾਰਿਆਂ ਦੀਆਂ ਝੋਲੀਆਂ ਭਰ ਦਿਓ। ਤੁਸੀਂ ਤੇ ਸਭ ਦੀਆਂ ਝੋਲੀਆਂ ਭਰਨ ਵਾਲੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਬੜਾ ਪਿਆਰਾ ਗੁਰਸਿੱਖ ਹੋਇਆ ਭਾਈ ਸੈਦਾ। ਕਿਰਤ ਇਹਦੀ ਕੀ ਏ? ਇਹਨੇ ਬੇੜੀ ਚਲਾਉਣੀ, ਬੇੜੀ ਦੇ ਵਿੱਚ ਬਿਠਾਲ ਕੇ ਲੋਕਾਂ ਨੂੰ ਪਾਣੀ ਦਾ ਸਾਗਰ ਪਾਰ ਕਰਾਉਣਾ, ਨਦੀ ਤੋਂ ਪਾਰ ਕਰਾਉਣਾ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਾਉਣਾ। ਇਹਦੀ ਕਿਰਤ ਏ। ਜਿਵੇਂ ਜਿਵੇਂ ਪਰਮੇਸ਼ਰ ਸਾਈਂ ਨੇ ਡਿਊਟੀਆਂ ਲਾਈਆਂ ਨੇ, ਜਿਵੇਂ ਜਿਵੇਂ ਕਿਸੇ ਨੂੰ ਕੋਈ ਕਿਰਤ ਬਖਸ਼ੀ ਏ, ਉਸੇ ਤਰ੍ਹਾਂ ਉਹ ਕਰਦਾ ਹੈ।
ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿਵੇਂ ਜਿਵੇਂ ਜਿਹਦੀ ਕਿਰਤ ਏ। ਹੁਣ ਪਿਆਰਿਓ, ਇਹਦੀ ਕਿਰਤ ਏ ਬੇੜੀ ਦੇ ਵਿੱਚ ਬਿਠਾਲ ਕੇ ਲੋਕਾਂ ਨੂੰ ਨਦੀ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਾਉਣ ਦੀ। ਪਰ ਇਹ ਰੰਗਿਆ ਸੀ, ਜੁੜਿਆ ਸੀ, ਕਿਰਤ ਕਰਦਿਆਂ ਕਰਦਿਆਂ, ਕੰਮਕਾਰ ਕਰਦਿਆਂ ਕਰਦਿਆਂ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ। ਮੈਂ ਗੱਲ ਛੋਟੀ ਕਰਾਂ ਤੇ ਕਿਰਤ ਕਰਦਿਆਂ ਕਰਦਿਆਂ, ਬੰਦਗੀ ਕਰਦਿਆਂ ਕਰਦਿਆਂ ਇਹਨੇ ਇੱਕ ਉੱਤਮ ਮੰਗ ਆਪਣੇ ਅੰਦਰ ਰੱਖ ਲਈ। ਉਹ ਪਤਾ ਕਿਹੜੀ ਉੱਤਮ ਮੰਗ? ਕਹਿੰਦਾ ਕਿੰਨਾ ਚੰਗਾ ਹੋਵੇ ਜੇ ਸ੍ਰਿਸ਼ਟੀ ਦਾ ਮਾਲਕ ਬਾਜਾਂ ਵਾਲਾ ਮਾਈ ਆ ਕੇ ਮੇਰੇ ਬੇੜੇ ਵਿੱਚ ਚਰਨ ਪਾ ਦੇਵੇ। ਤੇ ਜਿਹੜੇ ਨਾਲ ਵਾਲੇ ਬੇੜੀਆਂ ਵਾਲੇ ਜਾਂ ਬੇੜਿਆਂ ਵਾਲੇ, ਉਹਨਾਂ ਨੇ ਹੱਸਣਾ, ਕਹਿੰਦੇ ਤੂੰ ਗਰੀਬ ਜਿਹਾ, ਬੇੜਾ ਵੀ ਤੇਰਾ ਟੁੱਟਾ ਜਿਹਾ, ਕੋਈ ਏਡਾ ਚੰਗਾ ਨਹੀਂ, ਪੁਰਾਣਾ ਬੇੜਾ ਹੈ। ਪਹਿਲੀ ਗੱਲ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਇੱਧਰ ਆਉਣਾ ਹੀ ਨਹੀਂ, ਤੇ ਜੇ ਆਉਣਗੇ ਵੀ ਨਾ, ਤੇਰੇ ਆਪ ਪੁਰਾਣੇ ਜੇ ਬੇੜੇ 'ਚ ਥੋੜੀ ਬੈਠਣਗੇ। ਸਾਡੀਆਂ ਬੇੜੀਆਂ ਨਵੀਆਂ ਨੇ, ਸਾਡੇ ਆਪ ਬੇੜੇ ਨਵੇਂ ਨੇ। ਜੇ ਮਹਾਰਾਜ ਆਏ ਵੀ ਤੇ ਸਾਡੇ ਬੇੜਿਆਂ 'ਚ ਬਹਿਣਗੇ, ਤੇਰੇ ਬੇੜੇ 'ਚ ਥੋੜੀ ਬਹਿਣਾ। ਪਰ ਇਹਨੇ ਕਿਸੇ ਦੀਆਂ ਵੀ ਗੱਲਾਂ ਦੀ ਪਰਵਾਹ ਨਹੀਂ ਕੀਤੀ। ਸਿਮਰਨ ਵਿੱਚ ਜੁੜਦਾ ਹੈ, ਅੰਮ੍ਰਿਤ ਵੇਲਾ ਵੀ ਸੰਭਾਲਦਾ ਹੈ, ਕੰਮਕਾਰ ਕਰਦਿਆਂ ਵੀ ਬਾਣੀ ਪੜ੍ਹਦਾ, ਸਿਮਰਨ ਕਰਦਾ ਤੇ ਸਿਮਰਨ ਕਰਦਿਆਂ ਕਰਦਿਆਂ ਆਪਣੀ ਜਿਹੜੀ ਉੱਤਮ ਮੰਗ ਹੈ ਨਾ, ਪਿਤਾ ਪ੍ਰੀਤਮ ਸਾਈਂ ਜੀ ਕਿਰਪਾ ਕਰੋ ਮੇਰੇ ਬੇੜੇ ਵਿੱਚ ਆ ਕੇ ਚਰਨ ਪਾਓ, ਇਹ ਮੰਗ ਵੀ ਰੋਜ਼ ਹੀ ਮੰਗੀ ਜਾਂਦਾ ਹੈ, ਰੋਜ਼ ਹੀ। ਕੋਈ ਹੱਸਦਾ ਵੀ ਹੈ ਪਰ ਉਹਦੀ ਪਰਵਾਹ ਨਹੀਂ ਕਰਦਾ। ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੇ, ਪਰਵਾਹ ਨਹੀਂ ਕਰਦਾ। ਇਹ ਦਿਨੇ ਰਾਤ ਤਰਲੇ ਪਾਉਂਦਾ, ਦਿਨੇ ਰਾਤ। ਤੇ ਸੱਚੀ ਗੱਲ ਏ, ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਪਿਆਰਿਆ, ਫੁੱਲ ਤੋੜਨ ਵਿੱਚ ਦੇਰੀ ਲੱਗ ਸਕਦੀ ਹੈ, ਫੁੱਲ ਤੋੜਨ ਵਿੱਚ, ਤੇਰੇ ਅੱਖ ਮੀਟ ਕੇ ਖੋਲਣ ਵਿੱਚ ਦੇਰੀ ਲੱਗ ਸਕਦੀ ਹੈ। ਉਹ ਭੋਲਿਆ, ਤੇਰੇ ਯਾਦ ਕਰਨ ਵਿੱਚ ਦੇਰੀ ਲੱਗ ਸਕਦੀ, ਪਰ ਗੁਰੂ ਜੀ ਨੂੰ ਆਉਣ ਵਿੱਚ ਦੇਰੀ ਨਹੀਂ ਲੱਗਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਯਾਦ ਕਰ ਅੰਦਰੋਂ। ਇੱਕ ਆਮ ਬੰਦੇ ਨੂੰ ਵੀ ਉਹਦਾ ਨਾਮ ਲੈ ਕੇ ਆਵਾਜ਼ ਮਾਰੀਏ ਨਾ, ਉਹ ਵੀ ਇੱਕ ਵਾਰੀ ਪਿਛਾਂ ਘੁੰਮ ਕੇ ਵੇਖਦਾ, ਮੈਨੂੰ ਬੁਲਾਇਆ। ਮਾਲਕ ਪਿਤਾ ਨੂੰ ਆਵਾਜ਼ ਮਾਰੇਗਾ, ਉਹ ਕਿਵੇਂ ਨਹੀਂ ਤੇਰੇ ਵੱਲ ਵੇਖੇਗਾ, ਉਹ ਕਿਵੇਂ ਨਹੀਂ ਤੇਰੇ ਤੇ ਕਿਰਪਾ ਕਰੇਗਾ। ਬਸ ਗੱਲ ਇੰਨੀ ਹੈ, ਆਮ ਬੰਦੇ ਨੂੰ ਜ਼ੁਬਾਨ ਤੋਂ ਆਵਾਜ਼ ਮਾਰਦਾ ਨਾ, ਗੁਰੂ ਨੂੰ ਹਿਰਦੇ ਤੋਂ ਪੁਕਾਰ ਲੈ। ਜਦੋਂ ਹਿਰਦੇ ਤੋਂ ਪੁਕਾਰੇਗਾ ਨਾ, ਉਹ ਤੇਰੇ ਤੇ ਕਿਰਪਾ ਕਰੇਗਾ ਹੀ ਕਰੇਗਾ, ਮਿਹਰ ਕਰੇਗਾ ਹੀ ਕਰੇਗਾ। ਇਹ ਭਾਈ ਸੈਦਾ ਦਿਨੇ ਰਾਤ ਪਿਤਾ ਪਰਮੇਸ਼ਰ ਸਾਈਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਾ ਹੈ। ਮੈਂ ਗੱਲ ਬਿਲਕੁਲ ਸੰਖੇਪ 'ਚ ਕਰ ਰਿਹਾ, ਕਿਸੇ ਗੱਲ ਦੀ ਡਿਟੇਲ 'ਚ ਨਹੀਂ ਜਾ ਰਿਹਾ। ਇਹਦੀਆਂ ਪੁਕਾਰਾਂ ਪਹੁੰਚੀਆਂ ਜੀ ਮਾਲਕ ਦੇ ਚਰਨਾਂ ਦੇ ਵਿੱਚ। ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿੱਥੇ ਭਾਈ ਸੈਦਾ ਆਪਣੇ ਬੇੜੇ 'ਚ ਬਹਿ ਯਾਦ ਕਰਦਾ ਹੈ ਨਾ, ਇਹਦੇ ਬੇੜੇ ਦੇ ਮੂਹਰੇ ਆ ਕੇ ਖੜ ਗਏ। ਇਹ ਯਾਦ ਕਰਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਦੋਂ ਆਓਗੇ, ਕਦੋਂ ਆਓਗੇ? ਕਿਤੇ ਐਸਾ ਨਾ ਹੋਵੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨਿਕਲ ਜਾਵੇ। ਮਾਲਕ ਜੀ ਕਦੋਂ ਆਓਗੇ, ਪਿਤਾ ਜੀ ਕਦੋਂ ਆਓਗੇ? ਤਾਈਓ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਸੈਦਿਆ ਅੱਖਾਂ ਖੋਲ, ਅਸੀਂ ਆ ਗਏ ਆ। ਸਤਿ ਸ੍ਰੀ ਅਕਾਲ। ਸੈਦਿਆ ਅੱਖਾਂ ਖੋਲ, ਅਸੀਂ ਆ ਗਏ ਆ। ਜਦੋਂ ਆ ਗਏ ਦੀ ਸੁਣੀ ਆਵਾਜ਼, ਤਰਬਕ ਕੇ ਅੱਖਾਂ ਖੋਲੀਆਂ ਤੇ ਕੀ ਵੇਖਦਾ? ਉਹ ਜਿਨ੍ਹਾਂ ਨੂੰ ਰੋਜ਼ ਮੈਂ ਯਾਦ ਕਰਦਾ, ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੇਰੇ ਬੇੜੇ ਦੇ ਸਾਹਮਣੇ ਖਲੋਤੇ ਨੇ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਖੈ। ਇੱਕ ਟਿਕਟਕੀ ਲਗਾ ਕੇ ਨਾ ਵੇਖੀ ਜਾਂਦਾ। ਸਾਹਿਬ ਕਹਿੰਦੇ, ਸੈਦਿਆ ਕੀ ਵੇਖਦਾ? ਮਹਾਰਾਜ ਅਸਮਾਨ ਦੇ ਚੰਨ ਵੱਲ ਤੇ ਮੈਂ ਬੜੀ ਵਾਰੀ ਤੱਕਿਆ, ਪਰ ਉਹਦੇ 'ਚ ਵੀ ਦਾਗ ਏ।
ਅਸਮਾਨ ਦੇ ਚੰਨ ਵੱਲ ਤੇ ਮੈਂ ਬੜੀ ਵਾਰੀ ਤੱਕਿਆ, ਪਰ ਇਹੋ ਜਿਹੇ ਸੋਹਣੇ ਚੰਨ ਵੱਲ ਮੈਂ ਕਦੀ ਪਹਿਲੇ ਨਹੀਂ ਤੱਕਿਆ। ਉਹ ਸੈਦਿਆ ਰੋਜ਼ ਵਾਜਾਂ ਮਾਰਦਾ ਤੇ ਅੱਜ ਬੇੜੇ 'ਚ ਨਹੀਂ ਬਿਠਾਏਗਾ? ਮਹਾਰਾਜ ਮੈਂ ਭੁੱਲਿਆ, ਆਪ ਜੀ ਕਿਰਪਾ ਕਰੋ ਚਰਨ ਪਾਓ। ਮਹਾਰਾਜ ਸਿੰਘਾਂ ਸਮੇਤ ਆਏ ਨੇ ਤੇ ਇਹਦੇ ਬੇੜੇ ਵਿੱਚ ਪਾਏ ਚਰਨ, ਤੇ ਸਤਿਗੁਰੂ ਬੇੜੇ ਦੇ ਵਿੱਚ ਬੈਠੇ ਤੇ ਇਹਨੇ ਬੇੜਾ ਨਾ ਚਲਾਉਣਾ ਸ਼ੁਰੂ ਕਰ ਦਿੱਤਾ। ਸਾਹਿਬ ਸਾਹਮਣੇ ਨੇ, ਸਿੰਘ ਸੂਰਮੇ ਸਾਹਮਣੇ ਨੇ, ਇਹ ਬੇੜਾ ਚਲਾਈ ਜਾਂਦਾ ਤੇ ਬੇੜਾ ਨਾ ਪਿਆਰ ਦੇ ਵਿੱਚ ਕਦੀ ਪਾਣੀ 'ਚ ਖੱਬੇ ਪਾਸੇ, ਕਦੀ ਸੱਜੇ ਪਾਸੇ, ਕਦੀ ਅੱਗੇ ਕਦੀ ਪਿੱਛੇ। ਮਹਾਰਾਜ ਦੇ ਦੀਦਾਰ ਕਰਕੇ ਆ ਅੰਦਰ ਠੰਡ ਪਈ ਹੋਈ ਏ, ਸੁੱਧ ਬੁੱਧ ਭੁੱਲੀ ਪਈ ਏ। ਮਹਾਰਾਜ ਵੀ ਇਹਦੇ ਵੱਲ ਵੇਖ ਕੇ ਨਾ ਮੁਸਕਰਾਈ ਜਾ ਰਹੇ। ਮਹਾਰਾਜ ਨੇ ਵੀ ਕੋਈ ਕਾਲੀ ਨਹੀਂ ਕੀਤੀ। ਮਹਾਰਾਜ ਦੀ ਭਾਵਨਾ ਨੂੰ ਭਾਗ ਲਾ ਰਹੇ ਨੇ। ਮਹਾਰਾਜ ਨੇ ਵੀ ਕੋਈ ਕਾਲੀ ਨਹੀਂ ਕੀਤੀ। ਮਹਾਰਾਜ ਵੀ ਇਹਦੇ ਪਿਆਰ ਦੇ ਵਿੱਚ ਬੇੜੇ 'ਚ ਬੈਠੇ। ਜਦੋਂ ਕਾਫੀ ਸਮਾਂ ਬੀਤਿਆ ਨਾ ਤੇ ਸਤਿਗੁਰੂ ਪਤਾ ਕੀ ਕਹਿੰਦੇ? ਕਹਿੰਦੇ ਸੈਦਿਆ ਬੇੜਾ ਹੁਣ ਕਿਨਾਰੇ ਲਾ ਭਾਈ। ਜਦੋਂ ਹੁਣ ਬੇੜਾ ਲਾਇਆ ਨਾ ਕਿਨਾਰੇ ਤੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਭਾਈ ਸਾਹਿਬ ਜੀ ਨੂੰ, ਭਾਈ ਦਇਆ ਸਿੰਘ ਜੀ ਨੂੰ, ਇਹਦਾ ਕਿਰਾਇਆ ਇਹਨੂੰ ਦੇ ਦਿਓ। ਤੇ ਭਾਈ ਦਇਆ ਸਿੰਘ ਜੀ ਨੇ ਮੋਹਰਾਂ ਦੀ ਥੈਲੀ ਚੋਂ ਨਾ ਕੁਝ ਮੋਹਰਾਂ ਕੱਢੀਆਂ ਤੇ ਇਹ ਭਾਈ ਸੈਦੇ ਦੀ ਤਲੀ ਤੇ ਧਰਨ ਲੱਗੇ। ਲੈ ਸਿੱਖਾ ਆਪਣਾ ਕਿਰਾਇਆ ਲੈ ਲੈ। ਤੇ ਭਾਈ ਸੈਦੇ ਨੇ ਹੱਥ ਜੋੜ ਲਏ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇਹ ਮਾਇਆ, ਇਹ ਕਿਰਾਇਆ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਥੋੜਾ ਲੱਗਦਾ, ਹੋਰ ਦੇ ਦਈਏ। ਮਹਾਰਾਜ ਨਹੀਂ, ਮੈਨੂੰ ਇਹ ਮਾਇਆ, ਇਹ ਕਿਰਾਇਆ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਫਿਰ ਕੀ ਚਾਹੀਦਾ? ਕਹਿੰਦਾ ਸਤਿਗੁਰੂ ਉਹ ਜਿਨ੍ਹਾਂ ਦਾ ਧੰਦਾ ਇੱਕੋ ਜਿਹਾ ਹੋਵੇ ਨਾ, ਉਹ ਮਾਇਆ ਦਾ ਲੈਣ ਦੇਣ ਨਹੀਂ ਕਰਦੇ, ਉਹ ਤੇ ਸੌਦੇ ਨਾਲ ਸੌਦਾ ਵਟਾ ਲੈਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਾਰੇ ਆਖਣ ਜੀ ਧੰਨ ਬਾਬਾ ਦੇਵ ਸਿੰਘ ਜੀ। ਮਹਾਰਾਜ ਜਿਨ੍ਹਾਂ ਦਾ ਧੰਦਾ ਇੱਕੋ ਜਿਹਾ ਹੋਵੇ ਨਾ, ਉਹ ਕਦੀ ਵੀ ਮਾਇਆ ਦਾ ਲੈਣ ਦੇਣ ਨਹੀਂ ਕਰਦੇ, ਉਹ ਤੇ ਸੌਦੇ ਨਾਲ ਸੌਦਾ ਵਟਾਉਂਦੇ ਨੇ। ਹੁਣ ਮੰਨ ਲਓ ਦੋ ਕੱਪੜੇ ਵਾਲੇ ਨੇ, ਇੱਕੋ ਜਗ੍ਹਾ ਤੇ ਦੁਕਾਨ ਹੈ, ਇਕੱਠੀ ਦੁਕਾਨ ਹੈ। ਇੱਕ ਦੇ ਕੋਲੋਂ ਇੱਕ ਵੈਰਾਈਟੀ ਦਾ ਮੰਨ ਲਓ ਕੱਪੜਾ ਮੁੱਕ ਗਿਆ, ਉਸੇ ਵੈਰਾਈਟੀ ਦਾ ਆ ਗਿਆ ਗਾਹਕ, ਪਰ ਦੂਜੇ ਦੁਕਾਨਦਾਰ ਦੇ ਕੋਲ ਉਹ ਵੈਰਾਈਟੀ ਦਾ ਕੱਪੜਾ ਪਿਆ। ਕਰਦਾ ਕੀ ਇਹ ਬੰਦਾ? ਕਈ ਵਾਰੀ ਨਾਲ ਦੇ ਦੁਕਾਨਦਾਰ ਦੇ ਕੋਲੋਂ ਉਹ ਕੱਪੜਾ ਲਿਆ ਕੇ ਆਪਣਾ ਗਾਹਕ ਭੁਗਤਾ ਦਿੰਦਾ, ਤੇ ਜਦੋਂ ਮਾਰਕੀਟ ਵਿੱਚ ਜਾਂਦਾ ਕੱਪੜਾ ਲਿਆ ਕੇ ਗੁਆਂਢੀ ਨੂੰ ਫਿਰ ਕੱਪੜੇ ਦੇ ਬਦਲੇ ਕੱਪੜਾ ਮੋੜ ਦਿੰਦਾ। ਬਈ ਮੈਂ ਤੇਰੇ ਕੋਲੋਂ ਆਹ ਕੱਪੜਾ ਲਿਆ ਸੀ, ਆਹ ਕੱਪੜੇ ਬਦਲੇ ਤੈਨੂੰ ਕੱਪੜਾ ਮੋੜ ਦਿੱਤਾ। ਮਾਇਆ ਦਾ ਫਿਰ ਲੈਣ ਦੇਣ ਨਹੀਂ ਹੋਇਆ, ਸੌਦੇ ਨਾਲ ਸੌਦਾ ਵਟਾ ਲਿਆ ਗਿਆ, ਜਿਨ੍ਹਾਂ ਦਾ ਧੰਦਾ ਇੱਕੋ ਜਿਹਾ ਸੀ। ਮਹਾਰਾਜ ਜਿਨ੍ਹਾਂ ਦਾ ਧੰਦਾ ਇੱਕੋ ਜਿਹਾ ਹੋਵੇ, ਉਹ ਮਾਇਆ ਦਾ ਲੈਣ ਦੇਣ ਨਹੀਂ ਕਰਦੇ, ਸੌਦੇ ਨਾਲ ਸੌਦਾ ਵਟਾਉਂਦੇ ਨੇ। ਜਿੰਨੇ ਸਿੰਘ ਸੀ ਉਹਨਾਂ ਨੂੰ ਥੋੜਾ ਜਿਹਾ ਵੀਰ ਰਸ ਆ ਗਿਆ। ਉਹ ਸੈਦਿਆ ਇਹ ਕੀ ਹਲਕੇ ਬਚਨ ਕਰਦਾ? ਤੇਰਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਦਾ ਇੱਕੋ ਜਿਹਾ ਕਿਵੇਂ? ਕਹਿੰਦਾ ਮੈਂ ਸੱਚ ਕਹਿਣਾ ਸਿੱਖੋ, ਮੇਰਾ ਤੇ ਮੇਰੇ ਬਾਪੂ ਦਾ ਧੰਦਾ ਇੱਕੋ ਜਿਹਾ ਹੀ ਹੈ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਮੈਂ ਛੋਟਾ ਮਲਾਹ ਵਾਂ, ਬਾਜਾਂ ਵਾਲਾ ਵੱਡਾ ਮਲਾਹ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਮੈਂ ਛੋਟਾ ਮਲਾਹ ਵਾਂ, ਪਿਤਾ ਗੁਰੂ ਗੋਬਿੰਦ ਸਿੰਘ ਵੱਡੇ ਮਲਾਹ ਨੇ। ਮੈਂ ਲੋਕਾਂ ਨੂੰ ਇਸ ਬੇੜੀ ਦੇ ਵਿੱਚ ਬਿਠਾਲ ਕੇ ਪਾਣੀ ਦਾ ਸਾਗਰ ਪਾਰ ਕਰਾਉਣਾ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੁਨਿਆਵੀ ਲੋਕਾਂ ਨੂੰ, ਸੰਸਾਰ ਦੇ ਜੀਵਾਂ ਨੂੰ ਇਸ ਭਵ ਸਾਗਰ ਤੋਂ ਪਾਰ ਕਰਾਉਂਦੇ ਨੇ। ਮੈਂ ਵੀ ਮਲਾਹ ਵਾਂ, ਪਿਤਾ ਵੀ ਮਲਾਹ ਨੇ। ਮੈਂ ਛੋਟਾ ਮਲਾਹ ਵਾਂ, ਇਹ ਵੱਡੇ ਮਲਾਹ ਨੇ। ਮੈਂ ਲੋਕਾਂ ਨੂੰ ਪਾਣੀ ਦਾ ਸਾਗਰ ਪਾਰ ਕਰਾਉਣਾ, ਸਤਿਗੁਰੂ ਲੋਕਾਂ ਨੂੰ ਭਵ ਸਾਗਰ ਤੋਂ ਪਾਰ ਕਰਾਉਂਦੇ ਨੇ। ਤੇ ਮਹਾਰਾਜ ਇਹਦਾ ਜਵਾਬ ਸੁਣ ਕੇ ਬੜੇ ਪ੍ਰਸੰਨ ਹੋਏ। ਕਹਿੰਦੇ ਫਿਰ ਸੈਦਿਆ ਕੀ ਚਾਹੀਦਾ ਤੈਨੂੰ? ਕੀ ਮੰਗਦਾ? ਕੀ ਮੰਗੇ ਤੇਰੀ? ਤੇ ਕਹਿੰਦਾ ਸਾਹਿਬ ਜੀ ਫਿਰ ਮੇਰੀ ਬੇਨਤੀ ਏ, ਜਿਵੇਂ ਮੈਂ ਤੁਹਾਨੂੰ ਪਾਣੀ ਦਾ ਸਾਗਰ ਪਾਰ ਕਰਾਇਆ ਨਾ, ਮੈਨੂੰ ਭਵ ਸਾਗਰ ਤੋਂ ਪਾਰ ਕਰਾ ਦਿਓ। ਮਹਾਰਾਜ ਮੌਜ ਵਿੱਚ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਗਿਣਤੀ ਕਰ ਬਈ ਕਿੰਨੇ ਸਿੰਘ ਆ? ਗਿਣਤੀ ਕੀਤੀ 1 2 5 10 15 20। ਮਹਾਰਾਜ ਅਸੀਂ 20 ਜਾਂ 21ਵੇਂ ਤੁਸੀਂ?
ਤੁਹਾਡੇ ਸਮੇਤ ਅਸੀਂ ਇੱਕ ਹੀ ਆ। ਸਤਿਗੁਰੂ ਕਹਿੰਦੇ ਸੈਦਿਆ ਕੀ ਮੰਗਦਾ ਹੈ? ਮਹਾਰਾਜ ਜਿਵੇਂ ਮੈਂ ਤੁਹਾਨੂੰ ਪਾਣੀ ਦਾ ਸਾਗਰ ਪਾਰ ਕਰਾਇਆ, ਤੁਸੀਂ ਮੈਨੂੰ ਭਵ ਸਾਗਰ ਤੋਂ ਪਾਰ ਕਰਾ ਦਿਓ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੌਜ ਵਿੱਚ ਆ ਕੇ ਬਚਨ ਕੀਤਾ, ਕਹਿਣ ਲੱਗੇ ਸੈਦਿਆ ਤੇਰੇ ਨਾਲ ਬਚਨ ਕਰਦੇ ਆ, ਜਿਵੇਂ ਤੂੰ ਸਾਡੇ 21 ਸਿੰਘਾਂ ਨੂੰ, ਸਾਨੂੰ 21 ਨੂੰ ਇਹ ਪਾਣੀ ਦਾ ਸਾਗਰ ਪਾਰ ਕਰਾਇਆ ਨਾ, ਅਸੀਂ ਤੇਰੇ ਨਾਲ ਬਚਨ ਕਰਦੇ ਆ, ਤੇਰੀਆਂ ਅਸੀਂ 21 ਕੁੱਲਾਂ ਤਾਰਾਂਗੇ। ਜਿਵੇਂ ਤੂੰ ਸਾਨੂੰ 21 ਨੂੰ ਇਹ ਪਾਣੀ ਦਾ ਸਾਗਰ ਪਾਰ ਕਰਾਇਆ ਹੈ ਨਾ, ਅਸੀਂ ਤੇਰੇ ਨਾਲ ਬਚਨ ਕਰਦੇ ਆ, ਤੇਰੀਆਂ 21 ਕੁੱਲਾਂ ਤਾਰਾਂਗੇ। 21 ਕੁੱਲਾਂ ਇਹ ਸਤਿਗੁਰਾਂ ਨੇ ਬਚਨ ਦਿੱਤੇ। ਆ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਆ ਨਾ, ਏਡਾ ਵੱਡਾ ਦੱਤ ਹੈ, ਜਿਹੜੀਆਂ ਦਾਤਾਂ ਬੰਦੇ ਦੀ ਸੋਚ ਵਿੱਚ ਵੀ ਨਾ ਹੋਣ, ਉਹਦੇ ਨਾਲ ਵੀ ਝੋਲੀਆਂ ਭਰਨ ਦੀ ਉਹ ਪਾਵਰ ਰੱਖਦਾ। ਤੇ ਅੱਜ ਪਿਤਾ ਜੀ ਨੂੰ ਕਹੋ, ਪਿਤਾ ਜੀ ਕਿਰਪਾ ਦਾ ਖਾਤਾ ਖੋਲੋ, ਮੈਂ ਗਰੀਬ ਦੀ ਝੋਲੀ ਵਿੱਚ ਆਪੋ ਆਪਣੇ ਲਈ ਸਾਰੇ ਤਰਲਾ ਪਾਇਓ। ਹਜ਼ਾਰਾਂ ਲੱਖਾਂ ਸੰਗਤਾਂ ਆਪੋ ਆਪਣੇ ਘਰਾਂ 'ਚ ਇਹ ਪ੍ਰੋਗਰਾਮ ਵੇਖ ਰਹੀਆਂ ਨੇ, ਤੇ ਮੇਰੀ ਇੱਕੋ ਬੇਨਤੀ ਹੈ, ਇਹ ਤਰਲਾ ਪਾਇਓ ਦਾਤਿਆ, ਆਪੋ ਆਪਣੇ ਲਈ ਬੇਨਤੀ ਕਰੋ। ਗਰੀਬ ਨਿਵਾਜ ਸਾਡੇ ਸਾਰਿਆਂ ਦੇ ਉੱਤੇ ਇਹ ਬਖਸ਼ਿਸ਼ ਦਾ ਖਾਤਾ ਖੋਲੋ, ਲੋਕ ਦੇ ਸੁੱਖਾਂ ਨਾਲ ਵੀ ਸਾਡੀਆਂ ਝੋਲੀਆਂ ਭਰ ਦਿਓ, ਤੇ ਪਰਲੋਕ ਦੇ ਸੁੱਖਾਂ ਨਾਲ ਵੀ ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਅੱਜ ਪਿਤਾ ਜੀ ਦੇ ਅੱਗੇ ਇਹ ਤਰਲਾ ਪਾਓ, ਪਿਤਾ ਜੀ ਤੁਹਾਡੇ ਘਰ ਕੋਈ ਘਾਟਾ ਨਹੀਂ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਕਿਰਪਾ ਦਾ ਖਾਤਾ ਖੋਲੋ, ਸਾਡੇ ਲੋਕ ਦੇ ਵਿੱਚ ਵੀ ਪਰਦੇ ਢੱਕੋ, ਤੇ ਪਰਲੋਕ ਵਿੱਚ ਵੀ ਸਾਡੀ ਬਾਹ ਨਾ ਛੱਡਿਓ। ਆਓ ਇਸੇ ਭਾਵਨਾ ਨੂੰ ਮੁੱਖ ਰੱਖ ਕੇ ਇੱਕ ਵਾਰੀ ਇਹ ਪੰਕਤੀ ਪੜੋ, ਫਿਰ ਕੀਰਤਨ ਦੀ ਸਮਾਪਤੀ ਹੋਏਗੀ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ ਜੀ। ਇਸ ਬੇੜੇ ਕਿਰਪਾ ਕਰਨ। इतनी को सेवा प्रवान पिता जी के आगमन पुरब दियां बेअंत बेअंत सब नूं ਵਧਾਈਆਂ। भाई सब जी की अरदास करियो, सतगुरु उन्हां नूं जल्दी तो जल्दी दे अरोगता बख्श के
ਆਪਣੀਆਂ ਸੇਵਾਵਾਂ ਹਜ਼ਾਰਾਂ ਲੱਖਾਂ ਗੁਣਾ ਵਧਾ ਕੇ ਹੋਰ ਉਹਨਾਂ ਕੋਲੋਂ ਲੈਣ, ਕਿਰਪਾ ਕਰਨ। ਬਾਕੀ ਜੋ ਘਰਾਂ ਵਿੱਚ ਬਹਿ ਕੇ ਵੇਖ ਰਹੇ ਹੋ, ਜਿਵੇਂ ਮੈਂ ਪਹਿਲੇ ਬੇਨਤੀ ਕੀਤੀ, ਜਿੰਨੀਆਂ ਸੇਵਾਵਾਂ ਚੱਲ ਰਹੀਆਂ ਪੱਕੇ ਮਹੀਨਾਵਾਰੀ ਡੋਨਰ ਬਣੋ। ਉੱਥੇ ਕੋਈ ਵੀ ਪ੍ਰੇਮੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵਿੱਚ ਇੱਕ ਦਿਨ ਦੇ ਲੰਗਰ ਦੀ ਸੇਵਾ, ਜਾਂ ਜਿਹੜੇ 3 ਤੋਂ 4 ਸਮਾਗਮ ਚੱਲਦੇ ਨੇ, ਇਹ ਸਮਾਗਮ ਦੀ ਸੇਵਾ, ਭਾਵੇਂ 20 ਤਰੀਕ ਦਾ ਜਿਹੜਾ ਕੌਲਸਰ ਦਾ ਸਮਾਗਮ ਹੁੰਦਾ ਹੈ, 27 ਤਰੀਕ ਦਾ ਚੁਪਹਿਰਾ ਜਪ ਤਪ ਹੁੰਦਾ ਹੈ, ਉਹਦੀ ਸੇਵਾ, ਹਸਪਤਾਲਾਂ ਵਿੱਚ ਦਵਾਈਆਂ ਦੀ ਸੇਵਾ, ਕੋਈ ਵੀ ਸੇਵਾ ਕਰਨੀ ਚਾਹੁੰਦਾ ਹੋਵੇ, ਨੰਬਰ ਟੀਵੀ ਸਕਰੀਨ ਤੇ ਚੱਲਦਾ ਹੀ ਹੈ। ਆਪ ਜੀ ਕਿਸੇ ਵੀ ਸਮੇਂ ਸੰਪਰਕ ਕਰਕੇ ਸੇਵਾਵਾਂ 'ਚ ਹਿੱਸਾ ਪਾ ਸਕਦੇ ਹੋ। ਤੇ ਮੈਂ ਬੇਨਤੀ ਕਰ ਰਿਹਾ, ਕਿਉਂਕਿ ਸਾਨੂੰ 3-4 ਦਿਨਾਂ ਤੋਂ ਫੋਨ ਆ ਰਹੇ ਸੀ ਸੰਗਤਾਂ ਦੇ ਕਿ ਕਈ ਪ੍ਰੇਮੀ ਨਾ ਟਰਸਟ ਦੇ ਨਾਮ ਦੇ ਉੱਤੇ ਜੋ ਆਪਣੇ ਆਪਣੇ ਸ਼ਹਿਰਾਂ 'ਚ ਸਾਡੇ ਧਿਆਨ 'ਚੋਂ ਕੱਢੇ ਬਿਨਾਂ ਹੀ ਉਗਰਾਹੀਆਂ ਕਰਨ ਲੱਗ ਪਏ ਨੇ। ਤੇ ਇਹ ਮੇਰੀ ਬੇਨਤੀ ਹੈ, ਇਹਨਾਂ ਤੋਂ ਬਚ ਕੇ ਰਹਿਣਾ। ਮੈਂ ਤੇ ਪ੍ਰੇਮੀ ਲਫ਼ਜ਼ ਵਰਤਿਆ ਤੇ ਇਹਨਾਂ ਤੋਂ ਸਾਵਧਾਨ ਸਭ ਨੇ ਰਹਿਣਾ। ਤੇ ਕਈ ਜਿਹੜੇ ਟਰਸਟ ਨਾਲ ਜੁੜੇ ਨੇ ਭੋਲੇ ਭਾਅ ਦੇ ਵਿੱਚ ਪੇਟੀਐਮ, ਗੂਗਲ ਪੇ, ਹੋਰ ਨੰਬਰਾਂ ਤੇ ਕਰ ਰਹੇ ਨੇ ਸੇਵਾਵਾਂ ਦੇ ਲਈ। ਤੇ ਸਾਡੇ ਟਰਸਟ ਵੱਲੋਂ ਇੱਕੋ ਹੀ ਨੰਬਰ ਹੈ 9815 99513। ਇਹੋ ਹੀ ਟਰਸਟ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਪੇਟੀਐਮ ਵੀ ਕਰ ਸਕਦੇ ਹੋ, ਗੂਗਲ ਪੇ ਵੀ। ਦੂਜਾ ਹੋਰ ਕੋਈ ਨੰਬਰ ਨਹੀਂ ਜਿਹਦੇ ਉੱਤੇ ਇਹ ਤੁਸੀਂ ਪੇਟੀਐਮ, ਗੂਗਲ ਪੇ ਕਰ ਸਕਦੇ ਹੋਵੋ। ਇਹ ਚੀਜ਼ ਤੋਂ ਸਾਵਧਾਨ ਰਹਿਣਾ, ਇਹ ਮੇਰੀ ਬੇਨਤੀ ਹੈ ਜੀ। ਕਈ ਮਹੱਲਿਆਂ ਦੇ ਵਿੱਚ ਵੀ ਬੁਰਾਈਆਂ ਕਰਨ ਲੱਗ ਪਏ ਨੇ, ਕਈ ਸ਼ਹਿਰਾਂ ਪਿੰਡਾਂ ਦੇ ਵਿੱਚ, ਕਿ ਅਸੀਂ ਟਰਸਟ ਵੱਲੋਂ ਆਏ ਹਾਂ ਸਾਡਾ ਨਾਮ ਯੂਜ਼ ਕਰਕੇ। ਤੇ ਇਹ ਚੀਜ਼ ਤੋਂ ਸਾਰੇ ਸਾਵਧਾਨ ਰਹਿਣਾ। ਸਾਡੇ ਵੱਲੋਂ ਕਿਸੇ ਵੀ ਬੰਦੇ ਨੂੰ ਡੋਰ ਟੂ ਡੋਰ ਨਹੀਂ ਭੇਜਿਆ ਜਾ ਰਿਹਾ। ਤੇ ਬਾਕੀ ਇਹ ਸਾਰਿਆਂ ਦੇ ਚਰਨਾਂ 'ਚ ਬੇਨਤੀ, ਜੋ ਇਸ ਵੇਲੇ ਲਾਈਵ ਵੇਖ ਰਹੇ ਹੋ, QR ਕੋਡ ਚੱਲ ਰਹੇ ਨੇ। ਕੋਈ ਟਰਸਟ ਵਿੱਚ ਸੇਵਾ, ਪੇਟੀਐਮ, ਗੂਗਲ ਪੇ, QR ਕੋਡ ਚੱਲ ਰਿਹਾ, ਇਹਦੇ ਤੋਂ ਵੀ ਤੁਸੀਂ ਸਿੱਧਾ ਸਕੈਨ ਕਰਕੇ ਪਿਤਾ ਜੀ ਦੀ ਮਿਹਰ ਦੇ ਨਾਲ ਸੇਵਾਵਾਂ 'ਚ ਹਿੱਸਾ ਪਾ ਸਕਦੇ ਹੋ। ਤੇ ਜ਼ਰੂਰੀ ਬੇਨਤੀ ਭੁੱਲਿਓ ਨਾ, 20 ਤਰੀਕ ਨੂੰ ਕੌਲਸਰ ਸਾਹਿਬ ਸ਼ਾਮ ਦੇ ਦੀਵਾਨ ਨੇ 6:30 ਤੋਂ 9। ਪਿਛਲੀ ਵਾਰੀ ਦਿਨੇ ਕੀਤੇ ਸੀ, ਪਰ ਬਹੁਤ ਸਾਰੀਆਂ ਸੰਗਤਾਂ ਨੇ ਹੁਕਮ ਲਾਇਆ ਕਿ ਘੰਟਾ ਪਹਿਲੇ ਭਾਵੇਂ ਸਮਾਂ ਲੈ ਆਓ, ਪਰ ਕਰਿਆ ਕਰੋ ਸ਼ਾਮੀ। 6:30 ਤੋਂ 9 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਸਮਾਗਮ ਹੋਣਗੇ। ਮਹੀਨਾਵਾਰੀ ਸਮਾਗਮ ਨੇ। ਨੇਮ ਨੂੰ ਨਿਭਾਇਓ, ਤੋੜਿਓ ਨਾ ਨੇਮ, ਤੇ ਸਭ ਨੇ ਦਰਸ਼ਨ ਦੇਣੇ। ਤੇ ਬਾਕੀ 26 ਤਰੀਕ ਨੂੰ ਤੇ 27 ਤਰੀਕ ਨੂੰ 2 ਦਿਨਾਂ ਦਾ ਸਾਲਾਨਾ ਜੋੜ ਮੇਲਾ ਹੈ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਖੇ। ਕਿਉਂਕਿ ਪਿਤਾ ਜੀ ਦਾ ਆਗਮਨ ਪੁਰਬ ਹੁੰਦਾ ਬਾਬਾ ਦੀਪ ਸਿੰਘ ਜੀ ਦਾ, ਤੇ ਪਿਤਾ ਜੀ ਦੇ ਨਾਮ ਤੇ ਸਾਰੀਆਂ ਸੇਵਾਵਾਂ, ਸਾਰੇ ਕਾਰਜ ਚੱਲ ਰਹੇ ਨੇ। ਇਸ ਕਰਕੇ ਕਿਉਂਕਿ ਬਾਪੂ ਜੀ ਦਾ ਪਰਿਵਾਰ ਬੜਾ ਵੱਡਾ, ਬਾਬਾ ਦੀਪ ਸਿੰਘ ਜੀ ਦਾ, ਕੁਝ ਪ੍ਰੇਮੀ 26 ਦਾ ਆਗਮਨ ਮਨਾਉਂਦੇ, ਕੋਈ 27 ਦਾ। ਤੇ ਅਸੀਂ ਦੋਵੇਂ ਦਿਨ ਦਾ ਇੱਥੇ ਸਮਾਂ ਰੱਖ ਦਿੱਤਾ ਹੈ। 26 ਤਰੀਕ ਨੂੰ ਵੀ ਸਵੇਰੇ 10 ਤੋਂ ਸ਼ਾਮੀ 4 ਤੱਕ ਚੁਪਹਿਰਾ ਹੋਏਗਾ। 27 ਤਰੀਕ ਨੂੰ ਵੀ, 26 ਤਰੀਕ ਨੂੰ ਸੰਪਟ ਪਾਠਾਂ ਦੇ ਭੋਗ ਵੀ ਪੈਣਗੇ ਤੇ ਨਾਲ ਚੁਪਹਿਰਾ ਜਪ ਤਪ ਸਮਾਗਮ। ਦੋਨੋਂ ਦਿਨ ਹੀ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਪਹੁੰਚਣਾ। ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਨ ਹੈ ਤੇ ਦੋਵੇਂ ਦਿਨ ਖੁਸ਼ੀਆਂ ਲੈਣੀਆਂ। ਬਾਹਰੋਂ ਆਉਣ ਵਾਲੀਆਂ ਸੰਗਤਾਂ, ਉਦਾਂ ਮੈਂ ਬੇਨਤੀ ਕਰਦਾ ਹੀ ਹਾਂ ਕਿ ਇੱਥੇ ਸਾਡੇ ਕੋਲ ਰੁਕਣ ਦਾ ਭਾਵੇਂ ਪ੍ਰਬੰਧ ਇੰਨਾ ਨਹੀਂ ਹੈ, ਪਰ ਜਿਹੜੇ ਰੁਕਣਾ ਵੀ ਚਾਹੋਗੇ, ਇੱਕ ਰਾਤ ਦਾ ਇੱਥੇ ਪ੍ਰਬੰਧ ਕਰ ਦਿਆਂਗੇ ਜਿੰਨਾ ਕੁ ਸਾਡੇ ਕੋਲ ਹੋ ਸਕੇਗਾ। ਬਾਕੀ ਸਰਾਂ ਜਦੋਂ ਬਣੇਗੀ ਉਦੋਂ ਇਹ ਦਿੱਕਤ ਫਿਰ ਮੁੱਕ ਜੇਗੀ। ਤੇ ਪਰਿਵਾਰਾਂ ਸਮੇਤ ਸਭ ਨੇ ਪਹੁੰਚਣਾ। 26 ਤਰੀਕ ਨੂੰ ਵੀ, 27 ਤਰੀਕ ਨੂੰ ਵੀ 2 ਦਿਨਾਂ ਦੇ ਸਮਾਗਮ ਹੋਣਗੇ, ਚੁਪਹਿਰਾ ਜਪ ਤਪ ਸਮਾਗਮ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਦੂਰੋਂ ਨੇੜਿਓਂ ਜੋ ਚੱਲ ਕੇ ਆਏ ਸਭ ਦਾ ਧੰਨਵਾਦ। ਜੀ ਆਇਆਂ ਨੂੰ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜੋ ਹਰ ਮਹੀਨੇ ਦੀ 20 ਤਰੀਕ ਨੂੰ ਦਸਰਿਆਂ ਵੱਲੋਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜੋ ਸਮਾਗਮ ਰੱਖੇ ਜਾਂਦੇ ਨੇ, ਇਸ ਵਾਰੀ ਵੀ ਇਹ ਸਮਾਗਮ 20 ਜਨਵਰੀ ਦਿਨ ਵੀਰਵਾਰ ਸ਼ਾਮ ਨੂੰ 6:30 ਤੋਂ ਤਕਰੀਬਨ 9 ਵਜੇ ਤੱਕ ਹੋਣਗੇ। ਦਾਸ ਵੀ ਹਾਜ਼ਰੀ ਭਰੇਗਾ, ਹੋਰ ਵੀ ਬਹੁਤ ਸਾਰੇ ਗੁਰੂ ਦੇ ਕੀਰਤਨੀਏ ਸੰਗਤ ਦੇ ਦਰਸ਼ਨ ਕਰਨਗੇ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਸਾਰੇ ਰੁਝੇਵਿਆਂ ਦਾ ਤਿਆਗ ਕਰਦੇ ਹੋਏ, ਆਪਣਾ ਨਿਤਨੇਮ ਨਿਭਾਉਂਦੇ ਹੋਏ ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ
ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਮੇਰੇ ਫੇਸਬੁੱਕ ਪੇਜ ਤੇ ਵੀ ਨਾਲ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਨੂੰ ਸਾਰੇ ਸੋਸ਼ਲ ਮੀਡੀਆ ਗਰੁੱਪਾਂ ਦੇ ਵਿੱਚ ਤੁਸੀਂ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।